ਸਤਿ ਸ਼੍ਰੀ ਅਕਾਲ। ਮੈਂ ਵੀਟੀ ਗੁਰਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਹੌੜਾ ਵਿਖੇ ਨਿੱਜੀ ਸੁਰੱਖਿਆ ਦਾ ਵੋਕੇਸ਼ਨਲ ਟ੍ਰੇਨਰ ਹਾਂ। NSQF ਦੇ ਅਧੀਨ ਚੱਲ ਰਹੇ ਵਿਸ਼ੇ ਨਿੱਜੀ ਸੁਰੱਖਿਆ ਬਾਰੇ ਅੱਜ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਅਤੇ ਕੁਝ ਜ਼ਰੂਰੀ ਟੌਪਿਕਾਂ ਨੂੰ ਵਿਸਥਾਰ ਦੇ ਨਾਲ ਸਮਝਾਂਗੇ। ਅੱਜ ਆਪਾਂ ਗੱਲ ਕਰਾਂਗੇ ਲੈਵਲ 4 ਦੇ ਯੂਨਿਟ 4 ਬਾਰੇ। ਬੁਨਿਆਦੀ ਸੁਰੱਖਿਆ ਅਤੇ ਕਾਰਵਾਈਆਂ, ਬੇਸਿਕ ਸਿਕਿਉਰਿਟੀ ਆਪਰੇਸ਼ਨ। ਆਪਣੇ ਭਾਰਤ ਦੀ ਆਬਾਦੀ ਹੋਰ ਮੁਲਕਾਂ ਨਾਲੋਂ ਬਹੁਤ ਹੀ ਵੱਧ ਹੈ, ਜਿਸ ਕਰਕੇ ਇਸ ਦੇਸ਼ ਵਿੱਚ ਭੀੜ ਹੋਣਾ ਇੱਕ ਮਾਮੂਲੀ ਗੱਲ ਹੈ ਅਤੇ ਜਿੱਥੇ ਭੀੜ ਹੁੰਦੀ ਹੈ ਉੱਥੇ ਬਹੁਤ ਹੀ ਦੁਰਘਟਨਾਵਾਂ ਹੋਣ ਦਾ ਵੀ ਖਦਸ਼ਾ ਹੁੰਦਾ ਹੈ। ਇਸ ਲਈ ਭੀੜ ਨੂੰ ਸੰਭਾਲਣਾ ਅਤੇ ਭੀੜ ਨੂੰ ਕੰਟਰੋਲ ਕਰਨ ਦੇ ਲਈ ਮਨੁੱਖੀ ਅਤੇ ਤਕਨੀਕੀ ਸਾਧਨਾਂ ਦੀ ਲੋੜ ਪੈਂਦੀ ਹੈ, ਜਿਸ ਦੀ ਮਦਦ ਦੇ ਨਾਲ ਭੀੜ 'ਤੇ ਠੱਲ ਪਾਈ ਜਾ ਸਕਦੀ ਹੈ ਅਤੇ ਭੀੜ ਨੂੰ ਸੰਭਾਲ ਸਕਦੇ ਹਾਂ। ਭੀੜ ਵਿੱਚ ਚੋਰੀ ਅਤੇ ਲੜਾਈ ਦੀਆਂ ਵਾਰਦਾਤਾਂ ਆਮ ਹੁੰਦੀਆਂ ਹਨ, ਜਿਨ੍ਹਾਂ ਵਿੱਚ ਝਗੜੇ ਹੋਣਾ ਅਤੇ ਕਿਸੇ ਦੀ ਲੁੱਟ ਖੋਹ ਹੋਣਾ ਇੱਕ ਮਾਮੂਲੀ ਗੱਲ ਹੁੰਦੀ ਹੈ। ਭਾਰਤ ਵਿੱਚ ਲੋਕਾਂ ਦਾ ਰਾਜਨੀਤਿਕ ਗਤੀਵਿਧੀਆਂ ਵਿੱਚ ਉਤਸ਼ਾਹ ਕਾਫੀ ਜ਼ਿਆਦਾ ਹੈ, ਜਿਸ ਕਰਕੇ ਕਾਫੀ ਰੈਲੀਆਂ ਹੁੰਦੀਆਂ ਹਨ ਅਤੇ ਹੋਰ ਪ੍ਰੋਗਰਾਮ ਹੁੰਦੇ ਹਨ ਜਿੱਥੇ ਲੋਕਾਂ ਦਾ ਇਕੱਠ ਆਮ ਦੇਖਣ ਨੂੰ ਮਿਲਦਾ ਹੈ। ਇਸ ਲਈ ਭੀੜ ਨੂੰ ਸੰਭਾਲਣ ਦੀਆਂ ਗਤੀਵਿਧੀਆਂ ਬਹੁਤ ਹੀ ਮਹੱਤਵਪੂਰਨ ਬਣਦੀਆਂ ਜਾ ਰਹੀਆਂ ਹਨ। ਭੀੜ ਨੂੰ ਸੰਭਾਲਣ ਦੇ ਕੁਝ ਤਰੀਕੇ ਅਤੇ ਗਸ਼ਤ ਬਾਰੇ ਅੱਜ ਆਪਾਂ ਵਿਸਥਾਰ ਦੇ ਨਾਲ ਗੱਲ ਕਰਾਂਗੇ। ਕਿਵੇਂ ਭੀੜ 'ਤੇ ਠੱਲ ਪਾਈ ਜਾ ਸਕਦੀ ਹੈ ਅਤੇ ਕਿਵੇਂ ਕੁਝ ਦੁਰਘਟਨਾਵਾਂ ਹੋਣ ਤੋਂ ਪਹਿਲਾਂ ਉਹਨਾਂ 'ਤੇ ਠੱਲ ਪਾਈ ਜਾ ਸਕਦੀ ਹੈ। ਚੋਰੀ ਦੀਆਂ ਵਾਰਦਾਤਾਂ ਅਤੇ ਰਾਜਨੀਤਿਕ ਗਤੀਵਿਧੀਆਂ ਦੇ ਵੱਧ ਜਾਣ ਕਰਕੇ ਗਸ਼ਤ ਅਤੇ ਭੀੜ ਨੂੰ ਸੰਭਾਲਣ ਵਾਲੀਆਂ ਕਾਰਵਾਈਆਂ ਦਿਨ ਬ ਦਿਨ ਮਹੱਤਵਪੂਰਨ ਬਣਦੀਆਂ ਜਾ ਰਹੀਆਂ ਹਨ। ਵਿੱਤੀ ਅਤੇ ਮਨੁੱਖੀ ਸ਼ਕਤੀ ਵਾਲੇ ਸਾਧਨਾਂ ਦੇ ਸੀਮਿਤ ਹੋਣ ਕਰਕੇ ਇਹ ਬਹੁਤ ਮਹੱਤਵਪੂਰਨ ਹੋ ਗਿਆ ਹੈ ਕਿ ਸੀਮਿਤ ਮਨੁੱਖੀ ਸਾਧਨਾਂ ਜਾਂ ਸ਼ਕਤੀ ਦੀ ਵਰਤੋਂ ਕਰਕੇ ਬਹੁਤ ਵੱਡੇ ਖੇਤਰਾਂ ਅਤੇ ਉਹਨਾਂ ਨਾਲ ਸੰਬੰਧਿਤ ਕਾਰਜਾਂ ਨੂੰ ਪੂਰਾ ਕੀਤਾ ਜਾਵੇ। ਇਹ ਕਾਰਜਾਂ ਨੂੰ ਪੂਰਾ ਕਰਨ ਦੇ ਲਈ ਨਿੱਜੀ ਸੁਰੱਖਿਆ ਅਧਿਕਾਰੀ ਦੀ ਮਦਦ ਲਿੱਤੀ ਜਾਂਦੀ ਹੈ। ਨਿੱਜੀ ਸੁਰੱਖਿਆ ਅਧਿਕਾਰੀ ਗਸ਼ਤ ਦਾ ਸਹਾਰਾ ਲੈ ਕੇ ਭੀੜ ਨੂੰ ਕਾਬੂ ਕਰਨ ਦੇ ਵਿੱਚ ਮਦਦਗਾਰ ਸਾਬਤ ਹੁੰਦਾ ਹੈ। ਅੱਜ ਆਪਾਂ ਗੱਲ ਕਰਾਂਗੇ ਗਸ਼ਤ ਕੀ ਹੁੰਦੀ ਹੈ, ਗਸ਼ਤ ਦੇ ਕੀ ਉਦੇਸ਼ ਹੁੰਦੇ ਹਨ, ਗਸ਼ਤ ਕਿੰਨੇ ਪ੍ਰਕਾਰ ਦੀ ਹੁੰਦੀ ਹੈ। ਇਹ ਸਾਰੀਆਂ ਗੱਲਾਂ ਬਾਰੇ ਆਪਾਂ ਹੁਣ ਅੱਗੇ ਚੱਲ ਕੇ ਵਿਸਤਾਰ ਦੇ ਨਾਲ ਗੱਲਬਾਤ ਸਾਂਝੀ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਗਸ਼ਤ ਬਾਰੇ। ਗਸ਼ਤ ਕੀ ਹੁੰਦੀ ਹੈ? ਇੰਗਲਿਸ਼ ਵਿੱਚ ਗਸ਼ਤ ਨੂੰ ਪੈਟਰੋਲਿੰਗ ਵੀ ਕਿਹਾ ਜਾਂਦਾ ਹੈ। ਗਸ਼ਤ ਦਾ ਮਤਲਬ ਹੁੰਦਾ ਹੈ ਨਜ਼ਰਸਾਨੀ ਕਰਨਾ ਅਤੇ ਆਬਜ਼ਰਵੇਸ਼ਨ ਕਰਨਾ, ਜਾਣੀ ਕਿ ਕਿਸੇ ਜਗ੍ਹਾ ਦੀ ਸੁਰੱਖਿਆ ਨਿਸ਼ਚਿਤ ਕਰਨਾ, ਉਸ ਜਗ੍ਹਾ ਦੀ ਨਿਗਰਾਨੀ ਰੱਖ ਕੇ ਅਤੇ ਕਿਸੇ ਵੀ ਤਰ੍ਹਾਂ ਦੇ ਖਤਰੇ ਨੂੰ ਉਸ ਜਗ੍ਹਾ ਤੋਂ ਦੂਰ ਰੱਖ ਕੇ। ਆਮ ਤੌਰ 'ਤੇ ਗਸ਼ਤ ਕਰਨ ਦੇ ਕਈ ਤਰੀਕੇ ਹੁੰਦੇ ਹਨ, ਜਿਨ੍ਹਾਂ ਬਾਰੇ ਆਪਾਂ ਅੱਗੇ ਚੱਲ ਕੇ ਜਾਣਕਾਰੀ ਹਾਸਲ ਕਰਾਂਗੇ। ਗਸ਼ਤ ਕਰਨ ਦੇ ਕੁਝ ਹੋਰ ਵੀ ਉਦੇਸ਼ ਹੁੰਦੇ ਹਨ, ਜਿਵੇਂ ਕਿ ਖਤਰੇ ਨੂੰ ਹੋਣ ਤੋਂ ਪਹਿਲਾਂ ਟਾਲਣਾ ਅਤੇ ਕਿਸੇ ਵੀ ਅਣਚਾਹੀ ਘਟਨਾ ਨੂੰ ਸਮੇਂ ਸਿਰ ਰੋਕ ਦੇਣਾ, ਤਾਂ ਜੋ ਅੱਗੇ ਜਾ ਕੇ ਉਸ ਦਾ ਜ਼ਿਆਦਾ ਨੁਕਸਾਨ ਨਾ ਹੋ ਸਕੇ। ਗਸ਼ਤ ਕਰਨ ਦੀਆਂ ਡਿਊਟੀਆਂ ਮੁਸ਼ਕਿਲ ਅਤੇ ਗੁੰਝਲਦਾਰ ਹਨ, ਪਰ ਇਹ ਕਿਫਾਇਤੀ ਹਨ ਕਿਉਂਕਿ ਇਸ ਵਿੱਚ ਘੱਟ ਇਨਸਾਨੀ ਸਾਧਨਾਂ ਦੀ ਤੈਨਾਤੀ ਨਾਲ ਵੱਡੇ ਖੇਤਰ ਵਿੱਚ ਨਿਗਰਾਨੀ ਰੱਖੀ ਜਾ ਸਕਦੀ ਹੈ। ਜਿਵੇਂ ਕਿ ਇਸ ਦੇ ਫਾਇਦੇ ਵੀ ਹਨ। ਜੁਰਮ ਹੋਣ ਤੋਂ ਪਹਿਲਾਂ ਇਸ ਨੂੰ ਰੋਕਣਾ ਅਤੇ ਅਮਨ ਕਾਇਮ ਕਰਨ ਲਈ ਗਸ਼ਤ ਕਾਫੀ ਫਾਇਦੇਮੰਦ ਰਹਿੰਦੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਗਸ਼ਤ ਦੇ ਕੁਝ ਉਦੇਸ਼ਾਂ ਬਾਰੇ। ਗਸ਼ਤ ਕਰਨ ਦੇ ਕੀ ਉਦੇਸ਼ ਹਨ? ਨਜ਼ਰਸਾਨੀ ਕਰਨਾ ਗਸ਼ਤ ਦਾ ਸਭ ਤੋਂ ਮਹੱਤਵਪੂਰਨ ਉਦੇਸ਼ ਹੈ। ਕਿਸੇ ਵੀ ਸੰਸਥਾ ਦੇ ਵਿੱਚ ਅਮਨ ਸ਼ਾਂਤੀ ਬਣਾ ਕੇ ਰੱਖਣ ਦੇ ਲਈ ਅਤੇ ਖਤਰੇ ਨੂੰ ਟਾਲਣ ਦੇ ਲਈ ਗਸ਼ਤ ਬਹੁਤ ਸਹਾਈ ਹੁੰਦਾ ਹੈ। ਜਦੋਂ ਸੁਰੱਖਿਆ ਕਰਮਚਾਰੀ ਨੂੰ ਤੈਨਾਤ ਕਰਨ ਦੀ ਮਨਾਹੀ ਹੋਵੇ, ਇਸ ਸਥਿਤੀ ਵਿੱਚ ਪ੍ਰਭਾਵਿਤ ਇਲਾਕੇ ਵਿੱਚ ਵਿਸ਼ੇਸ਼ ਨਜ਼ਰਸਾਨੀ ਕਰਨ ਅਤੇ ਸੁਰੱਖਿਆ ਕਰਨ ਲਈ ਗਸ਼ਤ ਕੀਤੀ ਜਾਂਦੀ ਹੈ। ਕਈ ਇਲਾਕਿਆਂ ਵਿੱਚ ਸੁਰੱਖਿਆ ਕਰਮਚਾਰੀ ਨੂੰ ਤੈਨਾਤ ਨਹੀਂ ਕੀਤਾ ਜਾਂਦਾ, ਤਾਂ ਉੱਥੇ ਨਜ਼ਰਸਾਨੀ ਕਰਨੀ ਵੀ ਬਹੁਤ ਜ਼ਰੂਰੀ ਹੁੰਦੀ ਹੈ। ਅਜਿਹੀਆਂ ਸਥਿਤੀਆਂ ਵਿੱਚ ਗਸ਼ਤ ਹੀ ਇੱਕ ਹੱਲ ਹੁੰਦਾ ਹੈ, ਜਿਸ ਨਾਲ ਉਸ ਜਗ੍ਹਾ ਦੀ ਆਬਜ਼ਰਵੇਸ਼ਨ ਕੀਤੀ ਜਾਵੇ ਅਤੇ ਖਤਰੇ ਬਾਰੇ ਪਤਾ ਲਗਾਇਆ ਜਾਵੇ। ਅਜਿਹੇ ਹਾਲਾਤਾਂ ਵਿੱਚ ਨਿੱਜੀ ਸੁਰੱਖਿਆ ਅਧਿਕਾਰੀ ਸਥਿਤੀ ਦਾ ਜਾਇਜ਼ਾ ਲੈਣ ਦੇ ਲਈ
ਗਸ਼ਤ ਦਾ ਸਹਾਰਾ ਲੈਂਦਾ ਹੈ। ਅਦਾਰੇ ਦੇ ਅਹਾਤੇ ਵਿੱਚ ਨਜ਼ਰ ਰੱਖਣ ਲਈ ਜਿੱਥੇ ਗੈਰ ਸਮਾਜਿਕ ਤੱਤਾਂ ਵੱਲੋਂ ਕਿਸੇ ਵਾਰਦਾਤ ਕਰਨ ਦਾ ਖਤਰਾ ਹੋਵੇ। ਅਦਾਰੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਖਤਰਾ ਹੋ ਸਕਦਾ ਹੈ। ਇਸ ਦਾ ਪਤਾ ਗਸ਼ਤ ਦੀ ਮਦਦ ਦੇ ਨਾਲ ਹੀ ਲਗਾਇਆ ਜਾ ਸਕਦਾ ਹੈ। ਜਿਵੇਂ ਕਿ CCTV ਕੈਮਰੇ ਦੇ ਵਿੱਚ ਆਪਾਂ ਨੂੰ ਕਿਸੇ ਗੈਰ ਗਤੀਵਿਧੀਆਂ ਦਾ ਪਤਾ ਲੱਗ ਜਾਂਦਾ ਹੈ ਅਤੇ ਗਸ਼ਤ ਦੇ ਦੌਰਾਨ ਆਪਾਂ ਕਿਸੇ ਸ਼ੱਕੀ ਵਿਅਕਤੀ ਨੂੰ ਬੜੇ ਆਰਾਮ ਨਾਲ ਪਛਾਣ ਸਕਦੇ ਹਾਂ ਅਤੇ ਉਸ 'ਤੇ ਬਣਦੀ ਕਾਰਵਾਈ ਵੀ ਕਰ ਸਕਦੇ ਹਾਂ। ਇਸ ਦੇ ਨਾਲ ਖਤਰੇ ਨੂੰ ਘੱਟ ਕਰਨ ਦੇ ਵਿੱਚ ਬਹੁਤ ਹੀ ਮਦਦ ਮਿਲਦੀ ਹੈ। ਗੈਰ ਸਮਾਜਿਕ ਤੱਤਾਂ ਵਿੱਚ ਡਰ ਪੈਦਾ ਕਰਨਾ ਵੀ ਗਸ਼ਤ ਕਰਨ ਦਾ ਇੱਕ ਉਦੇਸ਼ ਹੁੰਦਾ ਹੈ। ਗਸ਼ਤ ਲੋਕਾਂ ਵਿੱਚ ਡਰ ਪੈਦਾ ਕਰਦਾ ਹੈ ਕਿ ਜੇ ਉਹ ਕੋਈ ਗਲਤ ਕੰਮ ਕਰਦੇ ਹਨ ਜਾਂ ਸੰਸਥਾ ਨੂੰ ਨੁਕਸਾਨ ਪਹੁੰਚਾਉਂਦੇ ਹਨ ਤਾਂ ਉਹਨਾਂ ਦੇ ਬਚਣ ਦਾ ਕੋਈ ਸਵਾਲ ਪੈਦਾ ਨਹੀਂ ਹੁੰਦਾ। ਗਸ਼ਤ ਦੇ ਦੌਰਾਨ ਉਹਨਾਂ ਨੂੰ ਆਸਾਨੀ ਦੇ ਨਾਲ ਫੜਿਆ ਜਾ ਸਕਦਾ ਹੈ ਅਤੇ ਉਹਨਾਂ 'ਤੇ ਬਣਦੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਇਸੇ ਲਈ ਗਸ਼ਤ ਲੋਕਾਂ ਦੇ ਵਿੱਚ ਡਰ ਪੈਦਾ ਕਰਨ ਦੇ ਵਿੱਚ ਵੀ ਬਹੁਤ ਮਦਦਗਾਰ ਸਾਬਤ ਹੁੰਦੀ ਹੈ। ਗਸ਼ਤ ਵਾਲੀ ਪਾਰਟੀ ਹੰਗਾਮੀ ਹਾਲਤ ਵੇਲੇ ਢੁਕਵੀਂ ਪ੍ਰਤੀਕਿਰਿਆ ਜਾਂ ਸਥਿਤੀ ਅਨੁਸਾਰ ਐਕਸ਼ਨ ਲੈ ਸਕਦੀ ਹੈ। ਗਸ਼ਤ ਕਰਦੇ ਦੌਰਾਨ ਅਗਰ ਕੋਈ ਹਿੰਸਾ ਜਾਂ ਕੁਛ ਦੁਰਘਟਨਾ ਵਾਪਰਦੀ ਹੈ ਉਸ ਸਮੇਂ ਗਸ਼ਤ ਪਾਰਟੀ ਬਣਦੀ ਕਾਰਵਾਈ ਅਤੇ ਲੋੜੀਂਦੇ ਪ੍ਰਬੰਧ ਕਰ ਸਕਦੀ ਹੈ। ਇਹ ਸਨ ਗਸ਼ਤ ਕਰਨ ਦੇ ਕੁਝ ਉਦੇਸ਼ ਜੋ ਕਿ ਗਸ਼ਤ ਕਰਦੇ ਦੌਰਾਨ ਨਿੱਜੀ ਸੁਰੱਖਿਆ ਅਧਿਕਾਰੀ ਆਪਣੇ ਦਿਮਾਗ ਦੇ ਵਿੱਚ ਰੱਖਦਾ ਹੈ ਅਤੇ ਅਦਾਰੇ ਦੀ ਸੁਰੱਖਿਆ ਅਤੇ ਅਮਨ ਸ਼ਾਂਤੀ ਬਣਾਏ ਰੱਖਣ ਲਈ ਸਹਾਈ ਹੁੰਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਗਸ਼ਤ ਦੀਆਂ ਕਿਸਮਾਂ। ਗਸ਼ਤ ਕਰਨ ਦੇ ਤਰੀਕਿਆਂ ਜਾਂ ਉਦੇਸ਼ ਕਾਰਨ ਵੱਖਰੇ ਵੱਖਰੇ ਹੁੰਦੇ ਹਨ। ਗਸ਼ਤ ਪੈਦਲ ਜਾਂ ਗੱਡੀਆਂ ਉੱਤੇ ਕੀਤੀ ਜਾ ਸਕਦੀ ਹੈ। ਗਸ਼ਤ ਕਰਨ ਦਾ ਉਦੇਸ਼ ਜਾਂ ਟੀਚਾ ਗੈਰ ਸਮਾਜਿਕ ਤੱਤਾਂ ਵਿੱਚ ਡਰ ਪੈਦਾ ਕਰਨਾ ਅਤੇ ਮਨੁੱਖਾਂ ਰਹਿਤ ਜਾਂ ਵੀਰਾਨ ਜਗ੍ਹਾ ਦੀ ਨਜ਼ਰਸਾਨੀ ਕਰਨਾ ਜਾਂ ਇਲਾਕੇ ਦੇ ਕਿਸੇ ਹਿੱਸੇ ਵਿੱਚ ਕੁਝ ਹੰਗਾਮੀ ਹਾਲਤ ਹੋ ਜਾਣ ਦੀ ਸਥਿਤੀ ਵਿੱਚ ਕਾਰਵਾਈ ਕਰਨਾ ਹੁੰਦਾ ਹੈ। ਇਹ ਗਸ਼ਤ ਅਲੱਗ-ਅਲੱਗ ਤਰੀਕਿਆਂ ਦੇ ਨਾਲ ਕੀਤੀ ਜਾਂਦੀ ਹੈ। ਪੈਦਲ ਗਸ਼ਤ, ਗੱਡੀਆਂ ਉੱਤੇ ਗਸ਼ਤ ਅਤੇ ਸਥਾਈ ਗਸ਼ਤ। ਪਹਿਲਾਂ ਸਮੇਂ ਦੌਰਾਨ ਪੈਦਲ ਗਸ਼ਤ ਜ਼ਿਆਦਾ ਕੀਤੀ ਜਾਂਦੀ ਸੀ। ਫਿਰ ਗੱਡੀਆਂ ਆਉਣ ਦੇ ਨਾਲ ਇਹ ਗਸ਼ਤ ਗੱਡੀਆਂ ਦੀ ਮਦਦ ਦੇ ਨਾਲ ਕੀਤੀ ਜਾਣ ਲੱਗੀ ਅਤੇ ਫਿਰ ਟੈਕਨੋਲੋਜੀ ਦੇ ਵਿੱਚ ਡਿਵੈਲਪਮੈਂਟ ਦੇ ਨਾਲ ਸਥਾਈ ਗਸ਼ਤ ਕੀਤੀ ਜਾਣ ਲੱਗੀ। ਜਿਵੇਂ ਕਿ ਟੈਕਨੋਲੋਜੀ ਦੇ ਵਿੱਚ CCTV ਕੈਮਰਾ, ਸੈਂਸਰ ਅਤੇ ਆਦਿ ਹੋਰ ਚੀਜ਼ਾਂ ਦੀ ਮਦਦ ਦੇ ਨਾਲ ਗਸ਼ਤ ਕੀਤੀ ਜਾਣ ਲੱਗ ਗਈ। ਹੁਣ ਆਪਾਂ ਗੱਲ ਕਰਦੇ ਹਾਂ ਗਸ਼ਤ ਦੀਆਂ ਕਿਸਮਾਂ ਵਿੱਚੋਂ ਪੈਦਲ ਗਸ਼ਤ ਬਾਰੇ। ਪੈਦਲ ਕੀਤੀ ਜਾਣ ਵਾਲੀ ਗਸ਼ਤ ਸਭ ਤੋਂ ਆਮ ਹੈ। ਇਹ ਆਮ ਤੌਰ 'ਤੇ ਸਾਰੀਆਂ ਸੰਸਥਾਵਾਂ ਦੇ ਵਿੱਚ ਕੀਤੀ ਜਾਂਦੀ ਹੈ ਅਤੇ ਇਹ ਬਹੁਤ ਹੀ ਕਾਰਗਰ ਸਿੱਧ ਹੁੰਦੀ ਹੈ ਸੰਸਥਾ ਦੇ ਵਿੱਚ ਅਮਨ ਸ਼ਾਂਤੀ ਬਣਾਈ ਰੱਖਣ ਦੇ ਲਈ। ਇਸੇ ਲਈ ਸੰਸਥਾਵਾਂ ਪੈਦਲ ਗਸ਼ਤ ਨੂੰ ਵੱਧ ਤਰਜੀਹ ਦਿੰਦੀਆਂ ਹਨ। ਗਸ਼ਤ ਵਾਲਾ ਇਲਾਕਾ ਛੋਟਾ ਹੋਵੇ ਜਾਂ ਮਨਾਹੀ ਵਾਲਾ ਹੋਵੇ, ਗੱਡੀ ਅਤੇ ਬਿਜਲਈ ਨਜ਼ਰਸਾਨੀ ਲਈ ਸੰਭਵ ਨਾ ਹੋਵੇ, ਵੱਡੀਆਂ ਦੁਕਾਨਾਂ, ਸ਼ਾਪਿੰਗ ਮਾਲ, ਪਾਰਕਾਂ ਜਾਂ ਭੀੜ ਵਾਲੀਆਂ ਮਾਰਕੀਟਾਂ ਅਤੇ ਗਲੀਆਂ ਵਿੱਚ ਪੈਦਲ ਗਸ਼ਤ ਕੀਤੀ ਜਾਂਦੀ ਹੈ। ਅਜਿਹੀਆਂ ਜਗ੍ਹਾਵਾਂ ਦੇ ਵਿੱਚ ਹੋਰ ਗਸ਼ਤ ਇੰਨੀ ਲਾਭਦਾਇਕ ਨਹੀਂ ਹੁੰਦੀ। ਇਸ ਲਈ ਪੈਦਲ ਗਸ਼ਤ ਇੱਥੇ ਬਹੁਤ ਹੀ ਮਹੱਤਵਪੂਰਨ ਰੋਲ ਅਦਾ ਕਰਦੀ ਹੈ ਅਤੇ ਬਹੁਤ ਹੀ ਸਹਾਈ ਹੁੰਦੀ ਹੈ। ਜਿੱਥੇ ਗੱਡੀ ਦਾ ਜਾਣਾ ਸੰਭਵ ਨਾ ਹੋਵੇ ਉੱਥੇ ਵੀ ਪੈਦਲ ਗਸ਼ਤ ਕੀਤੀ ਜਾਂਦੀ ਹੈ। ਪੈਦਲ ਗਸ਼ਤ ਕਰਨ ਵਾਲੇ ਸੁਰੱਖਿਆ ਕਰਮਚਾਰੀਆਂ ਨੂੰ ਸਾਵਧਾਨ ਰਹਿਣਾ ਪੈਂਦਾ ਹੈ ਅਤੇ ਉਹ ਸਾਰੀਆਂ ਹੀ ਸਹੂਲਤਾਂ ਦੀ ਵਰਤੋਂ ਕਰਦੇ ਹਨ ਕਿਉਂਕਿ ਗਸ਼ਤ ਹੌਲੀ-ਹੌਲੀ ਕੀਤੀ ਜਾਂਦੀ ਹੈ ਤਾਂ ਜੋ ਵਾਰਦਾਤ ਹੋਣ ਤੋਂ ਰੋਕਿਆ ਜਾਵੇ ਅਤੇ ਸਥਿਤੀ ਨੂੰ ਦੇਖ ਕੇ ਕੋਈ ਢੁਕਵਾਂ ਹੱਲ ਲੱਭਿਆ ਜਾਵੇ ਜਿਸ ਨਾਲ ਸਥਿਤੀ ਨੂੰ ਆਪਣੇ ਕੰਟਰੋਲ ਦੇ ਵਿੱਚ ਲੈ ਸਕੇ। ਪੈਦਲ ਗਸ਼ਤ ਦੇ ਕੁਝ ਲਾਭ ਅਤੇ ਕੁਝ ਹਾਨੀਆਂ ਵੀ ਹਨ ਜਿਨ੍ਹਾਂ ਬਾਰੇ ਆਪਾਂ ਹੁਣ ਗੱਲ ਕਰਦੇ ਹਾਂ। ਜਿਵੇਂ ਕਿ ਆਪ ਨੂੰ ਪਤਾ ਹੈ ਪੈਦਲ ਗਸ਼ਤ ਹੋਰ ਸਾਧਨਾਂ ਨਾਲੋਂ ਬਹੁਤ ਹੀ ਜ਼ਿਆਦਾ ਸਸਤੀ ਹੁੰਦੀ ਹੈ। ਇਹ ਇਲਾਕੇ ਦੀਆਂ ਜ਼ਰੂਰਤਾਂ ਨੂੰ ਧਿਆਨ ਰੱਖਣ ਵਾਲੀ ਵੀ ਹੁੰਦੀ ਹੈ। ਤੰਗ ਗਲੀਆਂ ਅਤੇ ਪੌੜੀਆਂ ਵਰਗੇ ਮਨਾਹੀ ਵਾਲੇ ਸਥਾਨਾਂ ਦੀ ਸੁਰੱਖਿਆ ਲਈ ਵੀ ਇਹ ਬਹੁਤ
ਮਦਦਗਾਰ ਸਾਬਿਤ ਹੁੰਦੀ ਹੈ। ਪੈਦਲ ਗਸ਼ਤ ਕਰਦੇ ਹੋਏ ਲੋਕਾਂ ਨਾਲ ਸੰਪਰਕ ਬਣਾਇਆ ਜਾਂਦਾ ਹੈ ਅਤੇ ਇਸ ਨਾਲ ਜ਼ਿਆਦਾ ਸੰਪਰਕ ਪੈਦਾ ਕਰਨ ਦੇ ਮੌਕੇ ਮਿਲਦੇ ਹਨ। ਗਸ਼ਤ ਕਰਨ ਸਮੇਂ ਉਸ ਇਲਾਕੇ ਦੇ ਵਿਅਕਤੀਆਂ ਦੇ ਤਜਰਬੇ ਨਾਲ ਸੂਚਨਾ ਪ੍ਰਾਪਤ ਕਰਨ ਦੇ ਜ਼ਿਆਦਾ ਸਰੋਤ ਲੱਭੇ ਜਾਂਦੇ ਹਨ। ਭਾਵ ਸਥਾਨਕ ਲੋਕਾਂ ਦੀ ਮਦਦ ਨਾਲ ਅਪਰਾਧੀਆਂ ਬਾਰੇ ਕਾਫੀ ਮਦਦ ਮਿਲ ਸਕਦੀ ਹੈ। ਇਹ ਸਨ ਪੈਦਲ ਗਸ਼ਤ ਦੇ ਕੁਝ ਲਾਭ ਵਾਲੇ ਪੱਖ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਪੈਦਲ ਗਸ਼ਤ ਦੇ ਹਾਨੀਆਂ ਬਾਰੇ। ਪੈਦਲ ਗਸ਼ਤ ਦੀ ਗਤੀਸ਼ੀਲਤਾ ਘੱਟ ਹੈ ਅਤੇ ਉਹਨਾਂ ਵੱਲੋਂ ਗਸ਼ਤ ਕਰਨ ਵਾਲਾ ਇਲਾਕਾ ਜਾਂ ਖੇਤਰ ਬਹੁਤ ਥੋੜ੍ਹਾ ਹੁੰਦਾ ਹੈ। ਜਿਵੇਂ ਕਿ ਇਸ ਦੇ ਵਿੱਚ ਕਿਸੇ ਗੱਡੀ ਜਾਂ ਕਿਸੇ ਹੋਰ ਸਾਧਨ ਦੀ ਵਰਤੋਂ ਨਹੀਂ ਹੁੰਦੀ, ਇਸ ਲਈ ਬਹੁਤ ਹੀ ਘੱਟ ਖੇਤਰ ਨੂੰ ਕਵਰ ਕੀਤਾ ਜਾਂਦਾ ਹੈ। ਦਿੱਤੇ ਹੋਏ ਖੇਤਰ ਦੀ ਸਾਰੀ ਗਸ਼ਤ ਕਰਨ ਲਈ ਜ਼ਿਆਦਾ ਸਮਾਂ ਲੱਗਦਾ ਹੈ। ਜੇਕਰ ਆਪਾਂ ਪੈਦਲ ਚੱਲ ਕੇ ਕਿਸੇ ਏਰੀਏ ਦੀ ਗਸ਼ਤ ਕਰਦੇ ਹਾਂ ਜਾਂ ਨਿਗਰਾਨੀ ਕਰਦੇ ਹਾਂ ਤਾਂ ਉਸ ਦੇ ਲਈ ਬਹੁਤ ਜ਼ਿਆਦਾ ਸਮਾਂ ਲੱਗਦਾ ਹੈ, ਕਿਉਂਕਿ ਇਸ ਦੇ ਵਿੱਚ ਆਪਾਂ ਨੇ ਹੌਲੀ ਹੌਲੀ ਚੱਲ ਕੇ ਏਰੀਏ ਦੀ ਛਾਣਬੀਣ ਕਰਨੀ ਹੁੰਦੀ ਹੈ। ਖਰਾਬ ਮੌਸਮ ਜਿਵੇਂ ਕਿ ਬਰਫ਼ਬਾਰੀ ਅਤੇ ਵਰਖਾ ਗਸ਼ਤ ਦੀ ਸ਼ਮਤਾ ਨੂੰ ਵੀ ਪ੍ਰਭਾਵਿਤ ਕਰਦਾ ਹੈ। ਕਈ ਇਲਾਕਿਆਂ ਵਿੱਚ ਜਿੱਥੇ ਬਹੁਤ ਹੀ ਜ਼ਿਆਦਾ ਬਾਰਿਸ਼ਾਂ ਹੁੰਦੀਆਂ ਹਨ, ਉੱਥੇ ਪੈਦਲ ਗਸ਼ਤ ਕਰਨ ਦੇ ਵਿੱਚ ਬਹੁਤ ਹੀ ਦਿੱਕਤ ਆਉਂਦੀ ਹੈ ਅਤੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਨਾਲ ਗਸ਼ਤ ਕਰਨ ਦਾ ਸਮਾਂ ਕਾਫੀ ਪ੍ਰਭਾਵਿਤ ਹੁੰਦਾ ਹੈ। ਗਸ਼ਤ ਕਰਦੇ ਦੌਰਾਨ ਕੁਝ ਜ਼ਰੂਰੀ ਸਮਾਨ ਅਤੇ ਦਸਤਾਵੇਜ਼ ਹੁੰਦੇ ਹਨ ਜੋ ਨਿੱਜੀ ਸੁਰੱਖਿਆ ਅਧਿਕਾਰੀ ਨੇ ਆਪਣੇ ਨਾਲ ਲੈ ਕੇ ਜਾਣੇ ਹੁੰਦੇ ਹਨ। ਪੈਦਲ ਗਸ਼ਤ ਕਰਨ ਦੌਰਾਨ ਇਹਨਾਂ ਸਮਾਨ ਚੱਕਣ ਦੀ ਸਮਰੱਥਾ ਘੱਟ ਜਾਂਦੀ ਹੈ ਅਤੇ ਕੁਝ ਲੋੜੀਂਦਾ ਸਮਾਨ ਵੀ ਰਹਿ ਜਾਂਦਾ ਹੈ, ਜਿਸ ਦੇ ਲਈ ਕਰਮਚਾਰੀ ਨੂੰ ਸਾਰਾ ਸਮਾਨ ਚੱਕਣ ਦੇ ਵਿੱਚ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਸਨ ਪੈਦਲ ਗਸ਼ਤ ਦੀਆਂ ਕੁਝ ਹਾਨੀਆਂ। ਜਿਵੇਂ ਕਿ ਆਪਾਂ ਨੇ ਪੜ੍ਹਿਆ, ਪੈਦਲ ਗਸ਼ਤ ਦੇ ਕੁਝ ਲਾਭ ਵੀ ਹਨ ਅਤੇ ਕੁਝ ਹਾਨੀਆਂ ਵੀ ਹਨ, ਪਰ ਫਿਰ ਵੀ ਪੈਦਲ ਗਸ਼ਤ ਇੱਕ ਸੰਸਥਾ ਜਾਂ ਕਿਸੇ ਅਦਾਰੇ ਦੇ ਵਿੱਚ ਅਮਨ ਸ਼ਾਂਤੀ ਬਣਾਏ ਰੱਖਣ ਦੇ ਲਈ ਬਹੁਤ ਹੀ ਕਾਰਗਰ ਸਾਬਿਤ ਹੁੰਦੀ ਹੈ ਅਤੇ ਕਿਸੇ ਦੁਰਘਟਨਾਵਾਂ ਨੂੰ ਹੋਣ ਤੋਂ ਪਹਿਲਾਂ ਹੀ ਕੰਟਰੋਲ ਵਿੱਚ ਕਰ ਲੈਂਦੀ ਹੈ। ਹੁਣ ਅੱਗੇ ਆਪਾਂ ਗੱਲ ਕਰਦੇ ਹਾਂ ਗੱਡੀਆਂ ਨਾਲ ਕੀਤੀ ਜਾਣ ਵਾਲੀ ਗਸ਼ਤ। ਗਸ਼ਤ ਦੇ ਉਦੇਸ਼ ਦੇ ਨਾਲ ਗਸ਼ਤ ਕਰਨ ਦੇ ਤਰੀਕਿਆਂ ਨੂੰ ਵੀ ਬਦਲਿਆ ਜਾਂਦਾ ਹੈ। ਜਦੋਂ ਆਪਣਾ ਗਸ਼ਤ ਕਰਨ ਦਾ ਉਦੇਸ਼ ਵੱਡੇ ਖੇਤਰ ਨੂੰ ਕਵਰ ਕਰਨਾ ਹੁੰਦਾ ਹੈ ਤਾਂ ਉੱਥੇ ਗੱਡੀਆਂ ਦੀ ਮਦਦ ਦੇ ਨਾਲ ਵੱਡੇ ਖੇਤਰ 'ਤੇ ਨਜ਼ਰਸਾਨੀ ਕੀਤੀ ਜਾ ਸਕਦੀ ਹੈ ਅਤੇ ਖਤਰਿਆਂ ਦਾ ਪਤਾ ਲਗਾਇਆ ਜਾ ਸਕਦਾ ਹੈ। ਗੱਡੀਆਂ ਦੀ ਵਰਤੋਂ ਕਰਨ ਨਾਲ ਸੁਰੱਖਿਆ ਕਰਮਚਾਰੀ ਨੂੰ ਕਾਫੀ ਵੱਡੇ ਇਲਾਕੇ ਵਿੱਚ ਗਸ਼ਤ ਕਰਨ ਵਿੱਚ ਮਦਦ ਮਿਲਦੀ ਹੈ। ਡਰਾਈਵਰ ਥੋੜ੍ਹੇ ਸਮੇਂ ਵਿੱਚ ਹੀ ਆਲੇ ਦੁਆਲੇ ਤੱਕ ਘੁੰਮ ਜਾਂਦਾ ਹੈ ਅਤੇ ਆਪਣਾ ਧਿਆਨ ਸੜਕ 'ਤੇ ਕੇਂਦਰਿਤ ਰੱਖਦਾ ਹੈ। ਇਸ ਵਿੱਚ ਕਈ ਵਾਰ ਕਿਸੇ ਹੋਰ ਵਿਅਕਤੀ ਦੀ ਵੀ ਲੋੜ ਪੈ ਜਾਂਦੀ ਹੈ ਜੋ ਕਿ ਗਸ਼ਤ ਸਮੇਂ ਵਾਹਨ ਉੱਤੇ ਬੈਠ ਕੇ ਉਸ ਦੀ ਮਦਦ ਕਰੇ। ਅਜਿਹੇ ਹਾਲਾਤਾਂ ਵਿੱਚ ਦੋ ਵਿਅਕਤੀਆਂ ਦੀ ਗਸ਼ਤ ਪਾਰਟੀ ਬਣਾਈ ਜਾਂਦੀ ਹੈ, ਜਿਸ ਵਿੱਚ ਇੱਕ ਵਿਅਕਤੀ ਗੱਡੀ ਵਿੱਚ ਬੈਠਦਾ ਹੈ ਅਤੇ ਦੂਜਾ ਵਿਅਕਤੀ ਸਥਿਤੀ ਦਾ ਜਾਇਜ਼ਾ ਲੈ ਕੇ ਆਉਂਦਾ ਹੈ। ਪੈਦਲ ਗਸ਼ਤ ਵਾਂਗ ਗੱਡੀਆਂ ਕਰਨ ਵਾਲੀ ਗਸ਼ਤ ਦੇ ਵੀ ਕੁਝ ਨੁਕਸਾਨ ਅਤੇ ਕੁਝ ਲਾਭ ਹਨ। ਹੁਣ ਆਪਾਂ ਗੱਲ ਕਰਦੇ ਹਾਂ ਗੱਡੀਆਂ ਵਾਲੀ ਗਸ਼ਤ ਦੇ ਲਾਭਾਂ ਬਾਰੇ। ਜਿਵੇਂ ਕਿ ਆਪਾਂ ਸਭ ਜਾਣਦੇ ਹਾਂ, ਗੱਡੀਆਂ 'ਤੇ ਕੀਤੀ ਜਾਣ ਵਾਲੀ ਗਸ਼ਤ ਕਾਫੀ ਵੱਡੇ ਖੇਤਰ ਨੂੰ ਕਵਰ ਕਰਨ ਵਿੱਚ ਬਹੁਤ ਹੀ ਸਹਾਈ ਹੁੰਦੀ ਹੈ। ਇਸ ਦੇ ਨਾਲ ਬਹੁਤ ਹੀ ਘੱਟ ਸਮਾਂ ਲੱਗਦਾ ਹੈ ਅਤੇ ਕਾਫੀ ਵੱਡਾ ਖੇਤਰ ਵੀ ਕਵਰ ਹੋ ਜਾਂਦਾ ਹੈ। ਪੈਦਲ ਗਸ਼ਤ ਵਿੱਚ ਬਹੁਤ ਹੀ ਘੱਟ ਏਰੀਆ ਕਵਰ ਹੁੰਦਾ ਹੈ, ਜੋ ਕਿ ਪੈਦਲ ਗਸ਼ਤ ਦਾ ਨੁਕਸਾਨ ਹੈ ਅਤੇ ਇਹ ਗੱਡੀਆਂ ਵਾਲੀ ਗਸ਼ਤ ਦਾ ਲਾਭ ਹੈ। ਪੈਦਲ ਗਸ਼ਤ ਦੇ ਨੁਕਸਾਨ ਦੇ ਵਿੱਚ ਆਪਾਂ ਨੇ ਇੱਕ ਚੀਜ਼ ਹੋਰ ਵੀ ਡਿਸਕਸ ਕੀਤੀ ਸੀ। ਪੈਦਲ ਗਸ਼ਤ ਦੇ ਵਿੱਚ ਗਸ਼ਤ ਵਾਲਾ ਸਮਾਨ ਲੈ ਕੇ ਜਾਣ ਦੇ ਵਿੱਚ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗੱਡੀਆਂ ਵਾਲੀ ਗਸ਼ਤ ਵਿੱਚ ਅਜਿਹੀ ਕਿਸੇ ਪਰੇਸ਼ਾਨੀ ਦਾ ਸਾਹਮਣਾ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਗੱਡੀ ਵਿੱਚ ਕਾਫੀ ਜਗ੍ਹਾ ਹੁੰਦੀ ਹੈ ਅਤੇ ਸੁਰੱਖਿਆ ਕਰਮਚਾਰੀ ਸਾਰਾ ਲੋੜੀਂਦਾ ਸਮਾਨ ਆਪਣੇ ਨਾਲ ਆਸਾਨੀ ਨਾਲ ਲੈ ਕੇ ਜਾ ਸਕਦਾ ਹੈ। ਗੱਡੀਆਂ ਵਾਲੀ ਗਸ਼ਤ 'ਤੇ ਮੌਸਮ ਦਾ ਵੀ ਕੋਈ ਪ੍ਰਭਾਵ ਨਹੀਂ ਪੈਂਦਾ। ਬਾਰਿਸ਼ ਅਤੇ ਬਰਫ਼ਬਾਰੀ ਗੱਡੀਆਂ ਵਾਲੀ ਗਸ਼ਤ ਨੂੰ ਰੋਕਣ ਵਿੱਚ ਅਸਹਾਈ ਹੁੰਦੀ ਹੈ। ਇਸੇ ਲਈ ਗੱਡੀਆਂ ਵਾਲੀ ਗਸ਼ਤ ਖਰਾਬ ਮੌਸਮ ਵਿੱਚ ਗਸ਼ਤ ਕਰਨ ਦੇ ਲਈ ਵੀ ਬਹੁਤ ਮਦਦਗਾਰ
ਸਿੱਧ ਹੁੰਦੀ ਹੈ। ਫਾਇਦੇ ਦੇ ਨਾਲ ਨਾਲ ਗੱਡੀਆਂ ਵਾਲੀ ਗਸ਼ਤ ਦੇ ਕੁਝ ਨੁਕਸਾਨ ਵੀ ਹਨ, ਜਿਵੇਂ ਕਿ ਗੱਡੀਆਂ ਵਾਲੀ ਗਸ਼ਤ ਦੇ ਲਈ ਗਸ਼ਤ ਪਾਰਟੀ ਕੋਲ ਗੱਡੀ ਵੀ ਹੋਣੀ ਚਾਹੀਦੀ ਹੈ। ਇਸ ਦੌਰਾਨ ਗਸ਼ਤ ਪਾਰਟੀ ਨੂੰ ਗੱਡੀਆਂ ਚਾਲੂ ਰੱਖਣ ਲਈ ਉਸਦੀ ਸਮੇਂ ਸਿਰ ਸਰਵਿਸ ਕਰਵਾਉਣੀ ਪੈਂਦੀ ਹੈ, ਜਿਸ 'ਤੇ ਕਾਫੀ ਖਰਚਾ ਆਉਂਦਾ ਹੈ ਅਤੇ ਇਹ ਸੁਰੱਖਿਆ ਅਧਿਕਾਰੀਆਂ ਦੇ ਉੱਪਰ ਇੱਕ ਵਾਧੂ ਜ਼ਿੰਮੇਵਾਰੀ ਵੀ ਹੁੰਦੀ ਹੈ। ਇਹ ਗਸ਼ਤ ਸਿਰਫ ਉਹਨਾਂ ਇਲਾਕਿਆਂ ਵਿੱਚ ਹੀ ਕੀਤੀ ਜਾ ਸਕਦੀ ਹੈ ਜਿੱਥੇ ਗੱਡੀਆਂ ਜਾ ਸਕਦੀਆਂ ਹੋਣ, ਭਾਵ ਇਹ ਗਸ਼ਤ ਜ਼ਰੂਰੀ ਹੈ ਕਿ ਵਧੀਆ ਸੜਕ ਹੋਵੇ ਅਤੇ ਗੱਡੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਦਾ ਸਾਹਮਣਾ ਨਾ ਕਰਨਾ ਪਵੇ। ਲਾਭ ਅਤੇ ਹਾਨੀਆਂ ਦੇ ਨਾਲ ਨਾਲ ਗੱਡੀਆਂ ਵਾਲੀ ਗਸ਼ਤ ਸੰਸਥਾ ਦੇ ਵਿੱਚ ਅਮਨ ਸ਼ਾਂਤੀ ਬਣਾਏ ਰੱਖਣ ਲਈ ਕਾਫੀ ਮਦਦਗਾਰ ਸਾਬਿਤ ਹੁੰਦੀ ਹੈ ਅਤੇ ਆਪਣੇ ਉਦੇਸ਼ਾਂ ਨੂੰ ਪੂਰਾ ਕਰਦੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਸਥਾਈ ਗਸ਼ਤ ਬਾਰੇ। ਟੈਕਨੋਲੋਜੀ ਦੇ ਵਿੱਚ ਡਿਵੈਲਪਮੈਂਟ ਦੇ ਨਾਲ ਇਸ ਗਸ਼ਤ ਦਾ ਨਿਰਮਾਣ ਹੋਇਆ ਹੈ। ਇਸ ਗਸ਼ਤ ਵਿੱਚ ਇੱਕ ਸੁਰੱਖਿਆ ਗਾਰਡ ਲਈ ਇੱਕ ਸਥਾਨ 'ਤੇ ਬੈਠ ਕੇ ਹੀ ਸੈਂਸਰਾਂ, ਕੈਮਰਿਆਂ ਅਤੇ ਹੋਰ ਯੰਤਰਾਂ ਦੀ ਮਦਦ ਦੇ ਨਾਲ ਸਾਰੇ ਇਲਾਕੇ 'ਤੇ ਨਜ਼ਰ ਰੱਖਣੀ ਸੰਭਵ ਹੈ। ਆਮ ਤੌਰ 'ਤੇ ਇਸ ਵਿੱਚ ਕੋਈ ਵੀ ਵਿਅਕਤੀ ਸੰਬੰਧਿਤ ਇਲਾਕੇ ਵਿੱਚ ਘੁੰਮਦਾ ਫਿਰਦਾ ਨਹੀਂ ਹੈ। ਜਿਵੇਂ ਕਿ ਆਪਾਂ ਗੱਲ ਕੀਤੀ ਹੈ, ਇਸ ਵਿੱਚ ਇੱਕ ਸੁਰੱਖਿਆ ਕਰਮਚਾਰੀ ਇੱਕ ਕੰਟਰੋਲ ਰੂਮ ਦੇ ਵਿੱਚ ਬੈਠ ਕੇ ਹੀ ਸਾਰੀ ਸਥਿਤੀ ਦਾ ਜਾਇਜ਼ਾ ਲੈਂਦਾ ਹੈ। ਉਹ ਵੱਖ-ਵੱਖ ਥਾਵਾਂ 'ਤੇ ਲੱਗੇ ਕੈਮਰਿਆਂ 'ਤੇ ਹੋ ਰਹੀ ਰਿਕਾਰਡਿੰਗ ਨੂੰ ਕੰਟਰੋਲ ਰੂਮ ਵਿੱਚ ਬੈਠੇ ਸਕਰੀਨ 'ਤੇ ਦੇਖਦਾ ਹੈ ਅਤੇ ਸਾਰੀ ਸਥਿਤੀ ਦਾ ਜਾਇਜ਼ਾ ਲੈਂਦਾ ਹੈ ਅਤੇ ਨਜ਼ਰਸਾਨੀ ਕਰਦਾ ਹੈ। CCTV ਤੋਂ ਬਿਨਾਂ ਹੋਰ ਵੀ ਕਾਫੀ ਯੰਤਰ ਹਨ ਜਿਨ੍ਹਾਂ ਦੀ ਮਦਦ ਦੇ ਨਾਲ ਇੱਕ ਨਿੱਜੀ ਸੁਰੱਖਿਆ ਅਧਿਕਾਰੀ ਸੰਸਥਾ ਦੇ ਵਿੱਚ ਸੁਰੱਖਿਆ ਬਣਾਈ ਰੱਖਦਾ ਹੈ, ਜਿਵੇਂ ਕਿ ਸੈਂਸਰ ਜੋ ਕਿ ਘੁਸਪੈਠੀਏ ਦੇ ਆਉਣ ਦਾ ਪਤਾ ਲਗਾਉਂਦੇ ਹਨ ਅਤੇ ਅਲਾਰਮ ਵੱਜਣ ਲੱਗ ਜਾਂਦੇ ਹਨ। ਇਸ ਦੇ ਨਾਲ ਇੱਕ ਸੁਰੱਖਿਆ ਅਧਿਕਾਰੀ ਨੂੰ ਕਾਫੀ ਮਦਦ ਮਿਲਦੀ ਹੈ। ਇਸ ਵਿੱਚ ਇੱਕ ਸੁਰੱਖਿਆ ਅਧਿਕਾਰੀ ਕਾਫੀ ਵੱਡੇ ਇਲਾਕੇ ਦੇ ਵਿੱਚ ਨਜ਼ਰਸਾਨੀ ਰੱਖਣ ਦੇ ਵਿੱਚ ਕਾਮਯਾਬ ਹੁੰਦਾ ਹੈ। ਆਮ ਤੌਰ 'ਤੇ ਇਹ ਪਾਰੰਪਰਿਕ ਗਸ਼ਤ ਨਹੀਂ ਹੈ, ਕਿਉਂਕਿ ਇਸ ਵਿੱਚ ਕੋਈ ਵੀ ਵਿਅਕਤੀ ਫੀਲਡ ਵਿੱਚ ਨਹੀਂ ਜਾਂਦਾ ਅਤੇ ਖੁਦ ਚੱਲ ਕੇ ਸਥਿਤੀ ਦਾ ਜਾਇਜ਼ਾ ਨਹੀਂ ਲੈਂਦਾ। ਜਿਵੇਂ ਕਿ ਆਪਾਂ ਪਿੱਛੇ ਟੌਪਿਕ ਵਿੱਚ ਪੜ੍ਹਿਆ ਹੈ, ਪੈਦਲ ਗਸ਼ਤ ਅਤੇ ਗੱਡੀਆਂ ਵਾਲੀ ਗਸ਼ਤ ਦੇ ਕੁਝ ਲਾਭ ਅਤੇ ਹਾਨੀਆਂ ਹਨ। ਇਸੇ ਤਰ੍ਹਾਂ ਸਥਿਰ ਗਸ਼ਤ ਦੇ ਵੀ ਕੁਝ ਲਾਭ ਅਤੇ ਹਾਨੀਆਂ ਹਨ। ਸਥਿਰ ਗਸ਼ਤ ਦੇ ਵਿੱਚ ਸਾਰਾ ਕੰਮ ਟੈਕਨੋਲੋਜੀ ਦੀ ਮਦਦ ਦੇ ਨਾਲ ਕੀਤਾ ਜਾਂਦਾ ਹੈ। ਅੱਜ ਕੱਲ੍ਹ ਲੋਕ ਬਹੁਤ ਹੀ ਸ਼ਾਤਰ ਹਨ। ਇਸ ਵਿੱਚ ਟੈਕਨੋਲੋਜੀ ਦੇ ਨਾਲ ਛੇੜਛਾੜ ਵੀ ਕੀਤੀ ਜਾ ਸਕਦੀ ਹੈ, ਜਿਸ ਵਿੱਚ ਨਿੱਜੀ ਸੁਰੱਖਿਆ ਅਧਿਕਾਰੀ ਨੂੰ ਕਨਫਿਊਜ਼ਨ ਵਿੱਚ ਪਾਇਆ ਜਾ ਸਕਦਾ ਹੈ ਜਾਂ ਉਹਨੂੰ ਗੁੰਮਰਾਹ ਕੀਤਾ ਜਾ ਸਕਦਾ ਹੈ। ਇਸੇ ਲਈ ਨਿੱਜੀ ਸੁਰੱਖਿਆ ਅਧਿਕਾਰੀ ਨੂੰ ਉਪਕਰਣਾਂ ਦੀ ਸਮੇਂ ਸਿਰ ਜਾਂਚ ਕਰਨੀ ਜ਼ਰੂਰੀ ਹੈ, ਤਾਂ ਜੋ ਕਿ ਕਿਸੇ ਉਪਕਰਣ ਦੇ ਨਾਲ ਛੇੜਛਾੜ ਦਾ ਜਲਦੀ ਦੇ ਨਾਲ ਪਤਾ ਲੱਗ ਸਕੇ। ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਗਸ਼ਤ ਦੀ ਤਿਆਰੀ ਅਤੇ ਗਸ਼ਤ ਕਰਨਾ। ਗਸ਼ਤ ਇੱਕ ਅਜਿਹੀ ਗੰਭੀਰ ਗਤੀਵਿਧੀ ਹੈ ਜੋ ਮੁਕੰਮਲ ਯੋਜਨਾ ਅਤੇ ਪੂਰੀ ਤਿਆਰੀ ਚਾਹੁੰਦੀ ਹੈ। ਇਹ ਉਸ ਵਿਅਕਤੀ ਤੋਂ ਸ਼ੁਰੂ ਹੁੰਦੀ ਹੈ ਜੋ ਗਸ਼ਤ ਕਰਨ ਦਾ ਹੁਕਮ ਦਿੰਦਾ ਹੈ। ਹੁਕਮ ਦੇਣ ਵਾਲਾ ਵਿਅਕਤੀ ਸਪਸ਼ਟ ਰੂਪ ਵਿੱਚ ਗਸ਼ਤ ਦੇ ਉਦੇਸ਼ ਅਤੇ ਟੀਚਿਆਂ ਬਾਰੇ ਦੱਸਦਾ ਹੈ। ਉਦਾਹਰਣ ਵਜੋਂ, ਕਾਰਖਾਨੇ ਦੀ ਸੁਰੱਖਿਆ ਯਕੀਨੀ ਬਣਾਉਣਾ ਇਸ ਦਾ ਉਦੇਸ਼ ਹੈ। ਟੀਚਿਆਂ ਵਿੱਚ ਕਾਰਖਾਨੇ ਦੀ ਚਾਰਦੀਵਾਰੀ ਜਾਂ ਵਾੜ ਦੀ ਸੁਰੱਖਿਆ ਵਿੱਚ ਕਮੀਆਂ, ਅਹਾਤੇ ਵਿੱਚ ਸੁਰੱਖਿਆ ਸੰਬੰਧੀ ਰੌਸ਼ਨੀ ਅਤੇ ਅਹਾਤੇ ਦੇ ਅੰਦਰ ਲਗਾਏ ਗਏ ਅਲਾਰਮਾਂ ਦੀ ਚੈਕਿੰਗ ਸ਼ਾਮਲ ਹੈ। ਜਿਉਂ ਹੀ ਗਸ਼ਤ ਕਰਨ ਦਾ ਹੁਕਮ ਦਿੱਤਾ ਜਾਂਦਾ ਹੈ, ਨਿੱਜੀ ਸੁਰੱਖਿਆ ਅਧਿਕਾਰੀ ਆਪਣੇ ਸੁਪਰਵਾਈਜ਼ਰ ਦੇ ਉਦੇਸ਼ ਦੇ ਨਾਲ ਗਸ਼ਤ ਦੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ। ਗਸ਼ਤ ਸੰਬੰਧੀ ਸਾਰੇ ਉਦੇਸ਼ ਨਿੱਜੀ ਸੁਰੱਖਿਆ ਸੁਪਰਵਾਈਜ਼ਰ ਵੱਲੋਂ ਦਿੱਤੇ ਜਾਂਦੇ ਹਨ। ਗਸ਼ਤ ਦੀ ਤਿਆਰੀ ਅਤੇ ਗਸ਼ਤ ਕਰਨਾ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਰੋਜ਼ਾਨਾ ਕਾਰਵਾਈ। ਨਿੱਜੀ ਸੁਰੱਖਿਆ ਦੇ ਖੇਤਰ ਵਿੱਚ ਗਸ਼ਤ ਆਮ ਤੌਰ 'ਤੇ ਦੁਹਰਾਈ ਜਾਣ ਵਾਲੀ ਪ੍ਰਕਿਰਿਆ ਹੈ, ਜਿਸ ਵਿੱਚ ਸਮਾਨ ਦੀ ਸੁਰੱਖਿਆ ਸ਼ਾਮਲ ਹੈ। ਪਰ ਜਿੱਥੇ ਗਸ਼ਤ ਅਪਰਾਧੀਆਂ ਨੂੰ ਜਾਂ ਖਤਰਨਾਕ ਕਾਰਵਾਈਆਂ ਨੂੰ ਰੋਕਣ ਲਈ ਕੀਤੀ ਜਾਂਦੀ ਹੈ, ਉੱਥੇ ਹਰ ਵਾਰ ਕਾਰਵਾਈ ਅਲੱਗ-ਅਲੱਗ ਹੁੰਦੀ ਹੈ। ਉਦਾਹਰਣ ਵਜੋਂ, ਇੱਕ ਅਜਿਹੀ ਗਸ਼ਤ ਕਰਨ ਵਾਲੀ ਪਾਰਟੀ ਜਿਸ ਵਿੱਚ ਇੱਕੋ ਵਿਅਕਤੀ ਸੁਰੱਖਿਆ ਨਾਲ ਸੰਬੰਧਿਤ ਹੈ ਅਤੇ ਦੂਸਰਾ ਤਕਨੀਕੀ ਕਰਮਚਾਰੀ ਹੋਵੇ,
ਜੋ ਕਿਸੇ ਪਲਾਂਟ ਜਾਂ ਕਾਰਖਾਨੇ ਦੇ ਕੰਮ ਨੂੰ ਦੇਖ ਰਿਹਾ ਹੋਵੇ। ਉਹਨਾਂ ਦਾ ਇੱਕ ਹੀ ਸਥਾਈ ਕੰਮ ਹੋ ਸਕਦਾ ਹੈ। ਉਹ ਹਰੇਕ ਘੰਟੇ ਉਸ ਇਲਾਕੇ ਵਿੱਚ ਨਜ਼ਰਸਾਨੀ ਲਈ ਜਾਣਗੇ, ਪਰ ਕਾਰਖਾਨੇ ਜਾਂ ਸੰਸਥਾ ਦੀ ਜਾਂ ਅਹਾਤੇ ਦੀ ਸੁਰੱਖਿਆ ਕਰਨ ਵਾਲਿਆਂ ਦਾ ਸਮਾਂ ਅਲੱਗ-ਅਲੱਗ ਹੋਵੇਗਾ ਅਤੇ ਨਾ ਦੱਸਣਯੋਗ ਹੋਵੇਗਾ, ਤਾਂ ਕਿ ਅਪਰਾਧ ਕਰਨ ਵਾਲੇ ਤੱਤ ਦੱਸੀ ਗਈ ਗਸ਼ਤ ਦਾ ਨਜਾਇਜ਼ ਫਾਇਦਾ ਨਾ ਉਠਾ ਸਕਣ। ਇਸੇ ਲਈ ਨਿੱਜੀ ਸੁਰੱਖਿਆ ਅਧਿਕਾਰੀ ਦੀ ਗਸ਼ਤ ਦਾ ਸਮਾਂ ਬਦਲਿਆ ਜਾਂਦਾ ਹੈ ਅਤੇ ਚੇਂਜ ਹੁੰਦਾ ਰਹਿੰਦਾ ਹੈ, ਜਿਸ ਨੂੰ ਆਪਾਂ ਸ਼ਿਫਟਿੰਗ ਵੀ ਕਹਿ ਸਕਦੇ ਹਾਂ ਜਾਂ ਸ਼ਫਲਿੰਗ ਵੀ ਕਹਿ ਸਕਦੇ ਹਾਂ। ਹੁਣ ਆਪਾਂ ਗੱਲ ਕਰਦੇ ਹਾਂ ਸਥਾਨ ਸੰਬੰਧੀ ਹੁਕਮ। ਗਸ਼ਤ ਲਈ ਉਦੇਸ਼ ਅਤੇ ਹੁਕਮ। ਸਥਾਨ ਸੁਰੱਖਿਆ ਕਰਮਚਾਰੀ ਨੂੰ ਉਹਨਾਂ ਦੇ ਸੁਰੱਖਿਆ ਅਫਸਰ ਵੱਲੋਂ ਦਿੱਤੇ ਜਾਂਦੇ ਹਨ ਅਤੇ ਉਹਨਾਂ ਬਾਰੇ ਸਾਰੀ ਜਾਣਕਾਰੀ ਸਮਝਾਈ ਜਾਂਦੀ ਹੈ। ਜਾਣ ਵਾਲੇ ਰਸਤੇ ਦਾ ਨਕਸ਼ਾ। ਨਿੱਜੀ ਸੁਰੱਖਿਆ ਵਿੱਚ ਗਸ਼ਤ ਪਾਰਟੀ ਨੂੰ ਹੁਕਮ ਦੇਣ ਵਾਲਾ ਅਫਸਰ ਆਮ ਤੌਰ 'ਤੇ ਜਾਣ ਵਾਲੇ ਰਸਤੇ ਦਾ ਨਕਸ਼ਾ ਬਣਾਉਂਦਾ ਹੈ ਅਤੇ ਅਲੱਗ-ਅਲੱਗ ਸਥਾਨਾਂ 'ਤੇ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਵੀ ਤੈਅ ਕਰਦਾ ਹੈ। ਬਦਲਵੇਂ ਰੂਟ ਜਾਂ ਗਸ਼ਤ ਮਾਰਗ ਇਹ ਯਕੀਨੀ ਬਣਾਉਣ ਲਈ ਅਪਣਾਏ ਜਾਂਦੇ ਹਨ ਕਿ ਕਿਸੇ ਵੀ ਰਸਤੇ 'ਤੇ ਕਿਸੇ ਵੀ ਸਮੱਸਿਆ ਕਾਰਨ ਗਸ਼ਤ ਪਾਰਟੀ ਫਸ ਨਾ ਜਾਵੇ ਅਤੇ ਉਸ ਦਾ ਕੰਮ ਰੁਕ ਨਾ ਜਾਵੇ। ਇਹ ਸਾਰਾ ਕੁਝ ਹੀ ਨਿੱਜੀ ਸੁਰੱਖਿਆ ਅਫਸਰ ਵੱਲੋਂ ਤੈਅ ਕੀਤਾ ਜਾਂਦਾ ਹੈ ਅਤੇ ਨਿੱਜੀ ਸੁਰੱਖਿਆ ਅਧਿਕਾਰੀਆਂ ਨੂੰ ਸਮਝਾਇਆ ਜਾਂਦਾ ਹੈ। ਸਮਾਨ। ਗਸ਼ਤ ਕਰਦੇ ਸਮੇਂ ਕੁਝ ਸਮਾਨ ਦੀ ਵੀ ਲੋੜ ਪੈਂਦੀ ਹੈ। ਇਹ ਸਮਾਨ ਗਸ਼ਤ ਦੇ ਉਦੇਸ਼ ਅਤੇ ਟੀਚਿਆਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਂਦਾ ਹੈ। ਪੈਦਲ ਗਸ਼ਤ ਕਰਨ ਵਾਲੀ ਪਾਰਟੀ ਕੋਲ ਆਮ ਤੌਰ 'ਤੇ ਰਾਤ ਨੂੰ ਵਰਤਣ ਲਈ ਬੈਟਰੀਆਂ, ਸੂਚਨਾ ਵਾਲੇ ਯੰਤਰ, ਸੀਟੀ, ਬੈਂਤ, ਲਿਖਣ ਲਈ ਕਾਪੀ, ਪੈਨ ਅਤੇ ਨਜ਼ਰਸਾਨੀ ਕਰਨ ਲਈ ਯੰਤਰ ਹੁੰਦੇ ਹਨ। ਤਕਨੀਕੀ ਗਸ਼ਤ ਕੋਲ ਟੀਚਾ ਪੂਰਾ ਕਰਨ ਲਈ ਸਹੀ ਔਜ਼ਾਰ ਹੋਣੇ ਬਹੁਤ ਜ਼ਰੂਰੀ ਹਨ। ਗਸ਼ਤ ਦੀ ਯੋਜਨਾ। ਸਾਰੇ ਪੱਖਾਂ ਨੂੰ ਸਮਝਣ ਤੋਂ ਬਾਅਦ ਪੂਰੇ ਵਿਸਤਾਰ ਸਹਿਤ ਯੋਜਨਾ ਤਿਆਰ ਕੀਤੀ ਜਾਂਦੀ ਹੈ ਤਾਂ ਕਿ ਸਾਰੇ ਟੀਚਿਆਂ ਅਤੇ ਖਰਚਿਆਂ ਨੂੰ ਪੂਰਾ ਕੀਤਾ ਜਾ ਸਕੇ। ਜਿੱਥੇ ਗਸ਼ਤ ਪਾਰਟੀਆਂ ਲਗਾਤਾਰ ਜਾਂਦੀਆਂ ਹੋਣ, ਉੱਥੇ ਗਸ਼ਤ ਪਾਰਟੀ ਗਸ਼ਤ ਸੰਬੰਧੀ ਹੁਕਮਾਂ ਅਨੁਸਾਰ ਕੰਮ ਕਰਦੀ ਹੈ। ਕੇਵਲ ਭੁਲੇਖਾ ਪਾਉਣ ਲਈ ਰੋਜ਼ਾਨਾ ਕਾਰਵਾਈ ਨੂੰ ਬਦਲਿਆ ਜਾਂਦਾ ਹੈ ਤਾਂ ਜੋ ਘੁਸਪੈਠੀਆਂ ਨੂੰ ਭੁਲੇਖਾ ਪਾਇਆ ਜਾ ਸਕੇ ਅਤੇ ਉਹਨਾਂ ਦੀਆਂ ਸਾਜ਼ਿਸ਼ਾਂ ਨੂੰ ਨਾਕਾਮ ਕੀਤਾ ਜਾ ਸਕੇ। ਗਸ਼ਤ ਦੀਆਂ ਤਿਆਰੀਆਂ ਦੇ ਬਾਅਦ ਆਪਾਂ ਨੂੰ ਗਸ਼ਤ ਕਰਨ ਦਾ ਤਰੀਕਾ ਅਤੇ ਗਸ਼ਤ ਦੀ ਪ੍ਰਤੀਕਿਰਿਆ ਵੀ ਆਉਣੀ ਚਾਹੀਦੀ ਹੈ। ਜਿਵੇਂ ਕਿ ਗਸ਼ਤ ਵਿੱਚ ਨਿਪੁੰਨ ਹੋਣ ਲਈ ਤੁਹਾਨੂੰ ਇੱਕ ਵਧੀਆ ਨਜ਼ਰਸਾਨੀ ਕਰਨ ਵਾਲਾ ਅਤੇ ਜਲਦੀ ਨਾਲ ਸੋਚਣ ਵਾਲਾ ਹੋਣਾ ਚਾਹੀਦਾ ਹੈ। ਤੁਹਾਨੂੰ ਘਟਨਾਵਾਂ ਦੀ ਸਮਝ ਹੋਣੀ ਚਾਹੀਦੀ ਹੈ ਤਾਂ ਕਿ ਇਹ ਤੁਹਾਡੇ ਉੱਤੇ ਭਾਰੂ ਨਾ ਹੋ ਜਾਣ। ਹੁਣ ਆਪਾਂ ਗੱਲ ਕਰਾਂਗੇ ਗਸ਼ਤ ਕਰਨ ਦੇ ਕੁਝ ਤਰੀਕਿਆਂ ਬਾਰੇ। ਸੁਰੱਖਿਆ ਯਕੀਨੀ ਬਣਾਉਣਾ। ਗਸ਼ਤ ਕਰਦੇ ਦੌਰਾਨ ਕੁਝ ਅਜਿਹੀਆਂ ਗਤੀਵਿਧੀਆਂ ਹਨ ਜੋ ਤੁਹਾਡੀ ਰੱਖਿਆ ਕਰ ਸਕਦੀਆਂ ਹਨ ਅਤੇ ਤੁਹਾਡੀ ਗਸ਼ਤ ਨੂੰ ਸਫਲ ਬਣਾ ਸਕਦੀਆਂ ਹਨ। ਗਸ਼ਤ ਕਰਦੇ ਦੌਰਾਨ ਕਦੇ ਵੀ ਤੇਜ਼ ਖੁਸ਼ਬੂਦਾਰ ਪਦਾਰਥਾਂ ਦੀ ਵਰਤੋਂ ਨਾ ਕਰੋ ਅਤੇ ਰਾਤ ਦੀ ਗਸ਼ਤ ਕਰਨ ਵੇਲੇ ਖੁਸ਼ਬੂਦਾਰ ਪਾਊਡਰ ਬਿਲਕੁਲ ਵੀ ਨਾ ਵਰਤੋ। ਗਸ਼ਤ ਕਰਦੇ ਸਮੇਂ ਬੀੜੀ ਸਿਗਰਟ ਨਾ ਪੀਓ, ਕਿਉਂਕਿ ਇਹਨਾਂ ਚੀਜ਼ਾਂ ਨਾਲ ਇਨਸਾਨ ਬਹੁਤ ਹੀ ਜਲਦੀ ਫੜਿਆ ਜਾ ਸਕਦਾ ਹੈ, ਕਿਉਂਕਿ ਵਿਰੋਧੀ ਨੂੰ ਇਸ ਦੀ ਸਮੈਲ ਬਹੁਤ ਜਲਦੀ ਪਹੁੰਚ ਜਾਂਦੀ ਹੈ ਅਤੇ ਉਹ ਸਾਵਧਾਨ ਹੋ ਜਾਂਦਾ ਹੈ। ਬੈਟਰੀ ਦੀ ਵਰਤੋਂ ਘੱਟ ਤੋਂ ਘੱਟ ਕਰੋ। ਵਸਤੂਆਂ ਦੇਖਣ ਲਈ ਜਾਂ ਆਪਣਾ ਰਸਤਾ ਦੇਖਣ ਲਈ ਜਿੰਨਾ ਘੱਟ ਹੋ ਸਕੇ ਉਨੀ ਘੱਟ ਬੈਟਰੀ ਵਰਤੋ, ਕਿਉਂਕਿ ਜਦੋਂ ਆਪਾਂ ਰੌਸ਼ਨੀ ਕਰਦੇ ਹਾਂ ਤਾਂ ਆਪਾਂ ਵਿਰੋਧੀ ਦੀ ਨਜ਼ਰ ਵਿੱਚ ਬਹੁਤ ਹੀ ਆਸਾਨੀ ਨਾਲ ਆ ਸਕਦੇ ਹਾਂ। ਇਹ ਸਨ ਕੁਝ ਸਾਵਧਾਨੀਆਂ ਜੋ ਆਪਾਂ ਨੂੰ ਗਸ਼ਤ ਕਰਦੇ ਦੌਰਾਨ ਧਿਆਨ ਵਿੱਚ ਰੱਖਣੀਆਂ ਹੁੰਦੀਆਂ ਹਨ। ਹੁਣ ਆਪਾਂ ਗੱਲ ਕਰਦੇ ਹਾਂ ਗਸ਼ਤ ਦੇ ਕੁਝ ਹੋਰ ਤਰੀਕੇ ਬਾਰੇ। ਰੋਕਣ ਦੀ ਸਮਰੱਥਾ। ਮੌਕੇ 'ਤੇ ਹਾਜ਼ਰ ਰਹਿਣ ਦਾ ਅਰਥ ਹੈ ਅਪਰਾਧ ਨੂੰ ਰੋਕਣਾ। ਇਸ ਲਈ ਮੌਕੇ 'ਤੇ ਹਾਜ਼ਰ ਰਹੋ। ਜੇ ਤੁਸੀਂ ਦਿਨ ਵਾਲੀ ਗਸ਼ਤ ਦੀ ਡਿਊਟੀ
'ਤੇ ਹੋ ਤਾਂ ਕਿਸੇ ਕੋਨੇ ਵਿੱਚ ਨਾ ਬੈਠੋ, ਸਗੋਂ ਅਜਿਹੀ ਜਗ੍ਹਾ 'ਤੇ ਜਾਓ ਜਿੱਥੇ ਤੁਹਾਨੂੰ ਸਾਰੇ ਦੇਖ ਸਕਣ ਅਤੇ ਤੁਸੀਂ ਸਾਰੀ ਸਥਿਤੀ ਦਾ ਪੂਰੀ ਚੰਗੀ ਤਰ੍ਹਾਂ ਜਾਇਜ਼ਾ ਲੈ ਸਕੋ ਅਤੇ ਕਿਸੇ ਵੀ ਘਟਨਾ ਨੂੰ ਹੋਣ ਤੋਂ ਪਹਿਲਾਂ ਹੀ ਰੋਕ ਸਕੋ। ਨਜ਼ਰਸਾਨੀ। ਇੱਕ ਵਧੀਆ ਨਜ਼ਰ ਰੱਖਣ ਵਾਲਾ ਵਿਅਕਤੀ ਬਣੋ ਅਤੇ ਵੱਖਰੀਆਂ ਚੀਜ਼ਾਂ ਵੱਲ ਖਾਸ ਧਿਆਨ ਦਿਓ। ਜਿਵੇਂ ਕਿ ਇੱਕ ਬੁਰਕੇ ਦੇ ਵਿੱਚ ਬਹੁਤ ਹੀ ਲੰਬਾ ਵਿਅਕਤੀ ਜਿਸ ਦੀ ਚਾਲ ਆਦਮੀਆਂ ਵਰਗੀ ਹੈ, ਤਾਂ ਤੁਸੀਂ ਉਸ ਨੂੰ ਝੱਟ ਨਾਲ ਰੋਕੋ, ਧਿਆਨ ਦਿਓ ਅਤੇ ਉਸ ਦੀ ਜਾਂਚ ਪੜਤਾਲ ਕਰੋ। ਮਤਲਬ ਉਹ ਚੋਰ ਵੀ ਹੋ ਸਕਦਾ ਹੈ ਜਾਂ ਉਹ ਕਿਸੇ ਵੀ ਤਰ੍ਹਾਂ ਦੀ ਗੜਬੜ ਕਰਨ ਵਾਲਾ ਵਿਅਕਤੀ ਵੀ ਹੋ ਸਕਦਾ ਹੈ। ਮਿੱਤਰਾਂ ਦੀ ਜੋੜੀ। ਸੁਰੱਖਿਆ, ਰਾਖੀ ਅਤੇ ਆਸਾਨ ਤਰੀਕੇ ਲਈ ਗਸ਼ਤ ਕਰਨ ਵਾਲੀਆਂ ਗਤੀਵਿਧੀਆਂ ਮਿੱਤਰਾਂ ਦੀ ਜੋੜੀ ਜਾਂ ਦੂਜੇ ਨੂੰ ਚੰਗੀ ਤਰ੍ਹਾਂ ਜਾਣੇ ਵਾਲੇ ਵਿਅਕਤੀਆਂ ਦੀ ਟੋਲੀ ਵਿੱਚ ਕਰਨੀ ਚਾਹੀਦੀ ਹੈ, ਕਿਉਂਕਿ ਇਸ ਦੌਰਾਨ ਟੀਮ ਦੇ ਵਿੱਚ ਵਿਅਕਤੀ ਆਪਸ ਦੇ ਵਿੱਚ ਇੱਕ ਦੂਜੇ ਦੀ ਰੱਖਿਆ ਕਰਨ ਦੇ ਵਿੱਚ ਬਹੁਤ ਮਦਦਗਾਰ ਸਾਬਤ ਹੁੰਦੇ ਹਨ। ਹਰ ਵਾਰਦਾਤ ਦਰਜ ਕਰਨਾ। ਤੁਹਾਨੂੰ ਅਸਾਧਾਰਨ ਜਾਂ ਸ਼ੱਕੀ ਗਤੀਵਿਧੀਆਂ ਨੂੰ ਵਾਰਦਾਤ ਦੇ ਨਤੀਜੇ ਕੱਢਣ ਲਈ ਇੱਕ ਡਾਇਰੀ ਦੇ ਵਿੱਚ ਨੋਟ ਕਰਨੇ ਚਾਹੀਦੇ ਹਨ, ਤਾਂ ਜੋ ਲੋੜ ਪੈਣ ਸਮੇਂ ਤੁਹਾਨੂੰ ਉਹ ਇਨਫੋਰਮੇਸ਼ਨ ਅੱਗੇ ਕੰਮ ਆ ਸਕੇ। ਸੁਰੱਖਿਆ ਵਿੱਚ ਕਮੀਆਂ। ਜਿਵੇਂ ਕਿ ਆਪਾਂ ਦੇਖਦੇ ਹਾਂ, ਗਸ਼ਤ ਕਰਦੇ ਦੌਰਾਨ ਇਹ ਚੀਜ਼ਾਂ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਤਾਂ ਜੋ ਕਿਸੇ ਸੁਰੱਖਿਆ ਵਿੱਚ ਕਮੀ ਨੂੰ ਲੱਭਿਆ ਜਾ ਸਕੇ। ਜਿਵੇਂ ਕਿ ਆਪਾਂ ਧਿਆਨ ਦੇ ਸਕਦੇ ਹਾਂ, ਟੁੱਟੇ ਹੋਏ ਤਾਲੇ, ਦਰਵਾਜ਼ੇ ਅਤੇ ਟੁੱਟੀਆਂ ਹੋਈਆਂ ਖਿੜਕੀਆਂ, ਇਹਨਾਂ ਨੂੰ ਧਿਆਨ ਵਿੱਚ ਰੱਖ ਕੇ ਆਪਣੇ ਮਾਲਕ ਨੂੰ ਦੱਸਿਆ ਜਾਵੇ ਤਾਂ ਜੋ ਇਹਨਾਂ ਦੀ ਸਮੇਂ ਸਿਰ ਰਿਪੇਅਰ ਹੋ ਸਕੇ ਅਤੇ ਇਹਨਾਂ ਨਾਲ ਹੋਣ ਵਾਲੇ ਨੁਕਸਾਨ ਨੂੰ ਬਚਾਇਆ ਜਾ ਸਕੇ। ਕਿਸੇ ਅਸਾਧਾਰਨ ਸਮੇਂ 'ਤੇ ਅਸਾਧਾਰਨ ਹਰਕਤ, ਇਹਨਾਂ ਨੂੰ ਵੀ ਨੋਟ ਕੀਤਾ ਜਾਵੇ ਅਤੇ ਇਹਨਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ ਤਾਂ ਜੋ ਅੱਗੇ ਜਾ ਕੇ ਕੋਈ ਨੁਕਸਾਨ ਨਾ ਹੋ ਸਕੇ। ਗਸ਼ਤ ਕਰਦੇ ਦੌਰਾਨ ਆਪਾਂ ਨੂੰ ਕਿਸੇ ਵੀ ਵਿਅਕਤੀ 'ਤੇ ਸ਼ੱਕ ਹੋ ਸਕਦਾ ਹੈ ਅਤੇ ਆਪਾਂ ਉਸ ਨੂੰ ਫੜਨਾ ਵੀ ਹੁੰਦਾ ਹੈ। ਅਜਿਹੇ ਸਮੇਂ ਦੌਰਾਨ ਗਸ਼ਤ ਹਮੇਸ਼ਾ ਜੋੜੀਆਂ ਜਾਂ ਟੀਮਾਂ ਦੇ ਰੂਪ ਵਿੱਚ ਕਰਨੀ ਚਾਹੀਦੀ ਹੈ। ਕਿਸੇ ਸਥਿਤੀ ਵਿੱਚ ਸ਼ੱਕੀ ਵਿਅਕਤੀ ਨੂੰ ਇਕੱਲੇ ਨਾ ਮਿਲੋ। ਜੇ ਤੁਸੀਂ ਇਕੱਲੇ ਹੀ ਸ਼ੱਕੀ ਵਿਅਕਤੀ ਨੂੰ ਦੇਖ ਲੈਂਦੇ ਹੋ ਤਾਂ ਥੋੜ੍ਹੀ ਦੂਰੀ ਰਹਿ ਕੇ ਉਸ ਦਾ ਪਿੱਛਾ ਕਰੋ ਅਤੇ ਆਪਣੇ ਦੋਸਤ ਜਾਂ ਸਾਥੀ ਸੁਰੱਖਿਆ ਕਰਮਚਾਰੀ ਨੂੰ ਮਦਦ ਲਈ ਬੁਲਾਓ। ਨਿੱਜੀ ਸੁਰੱਖਿਆ ਦਾ ਮੁੱਖ ਉਦੇਸ਼ ਅਦਾਰਿਆਂ ਦੇ ਅਹਾਤਿਆਂ ਦੀ ਸੁਰੱਖਿਆ ਕਰਨਾ ਹੈ। ਇਸੇ ਤਰ੍ਹਾਂ ਗਸ਼ਤ ਕਰਨ ਵਾਲੀ ਟੀਮ ਦੀ ਜ਼ਿੰਮੇਵਾਰੀ ਅਤੇ ਕੁਝ ਅਧਿਕਾਰ ਹੁੰਦੇ ਹਨ, ਜਿਨ੍ਹਾਂ ਬਾਰੇ ਆਪਾਂ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਾਂਗੇ ਅਦਾਰੇ ਦੀ ਜਾਇਦਾਦ ਦੇ ਵਿਰੁੱਧ ਕੀਤੇ ਜਾਣ ਵਾਲੇ ਅਪਰਾਧਾਂ ਨੂੰ ਰੋਕਣਾ। ਕਿਸੇ ਵੀ ਨਿੱਜੀ ਸੁਰੱਖਿਆ ਅਧਿਕਾਰੀ ਦਾ ਉਦੇਸ਼ ਹੁੰਦਾ ਹੈ ਕਿ ਉਹ ਅਦਾਰੇ ਦੇ ਵਿੱਚ ਹੋਣ ਵਾਲੇ ਅਪਰਾਧ ਜਾਂ ਜੁਰਮ ਨੂੰ ਰੋਕੇ। ਸੁਰੱਖਿਆ ਸੰਬੰਧੀ ਕਾਰਵਾਈਆਂ ਵਿੱਚ ਕਮੀਆਂ ਦਾ ਪਤਾ ਕਰਨਾ। ਜਿਵੇਂ ਕਿ ਕਿਸੇ ਵੀ ਸੰਸਥਾ ਦੇ ਵਿੱਚ ਕੋਈ ਨਾ ਕੋਈ ਸੁਰੱਖਿਆ ਦੇ ਵਿੱਚ ਖਾਮੀਆਂ ਹੁੰਦੀਆਂ ਹਨ, ਤਾਂ ਨਿੱਜੀ ਸੁਰੱਖਿਆ ਅਧਿਕਾਰੀ ਦਾ ਉਦੇਸ਼ ਹੁੰਦਾ ਹੈ ਕਿ ਉਹ ਕਮੀਆਂ ਬਾਰੇ ਆਪਣੇ ਮਾਲਕ ਨੂੰ ਦੱਸੇ ਅਤੇ ਉਹਨਾਂ ਕਮੀਆਂ ਨੂੰ ਦੂਰ ਕਰਨ ਦੇ ਵਿੱਚ ਕੋਸ਼ਿਸ਼ ਕਰੇ। ਅਪਰਾਧ ਅਤੇ ਅਪਰਾਧੀਆਂ ਸੰਬੰਧੀ ਸੂਚਨਾ ਪ੍ਰਾਪਤ ਕਰਨਾ। ਨਿੱਜੀ ਸੁਰੱਖਿਆ ਕਰਮਚਾਰੀ ਦੇ ਉਦੇਸ਼ ਹੁੰਦੇ ਹਨ ਕਿ ਉਹ ਸੰਸਥਾ ਨੂੰ ਨੁਕਸਾਨ ਪਹੁੰਚਾਉਣ ਵਾਲੇ ਵਿਅਕਤੀ ਦੀ ਪੂਰੀ ਜਾਂਚ ਪੜਤਾਲ ਕਰੇ ਅਤੇ ਉਸ ਦਾ ਵੇਰਵਾ ਅਤੇ ਉਸ ਦੇ ਬਾਰੇ ਸੂਚਨਾ ਪ੍ਰਾਪਤ ਕਰਕੇ ਆਪਣੀ ਸੂਚਨਾ ਰਿਪੋਰਟ ਦੇ ਵਿੱਚ ਦਰਜ ਕਰੇ। ਅੱਗ ਅਤੇ ਹੋਰ ਉਦਯੋਗਿਕ ਘਟਨਾਵਾਂ ਨੂੰ ਰੋਕਣਾ। ਜਿਵੇਂ ਕਿ ਨਜ਼ਰਸਾਨੀ ਅਤੇ ਗਸ਼ਤ ਦੇ ਨਾਲ ਨਾਲ ਨਿੱਜੀ ਸੁਰੱਖਿਆ ਅਧਿਕਾਰੀ ਦੇ ਉਦੇਸ਼ ਸੰਸਥਾ ਨੂੰ ਸੁਰੱਖਿਅਤ ਕਰਨ ਦੇ ਲਈ ਵੀ ਹੁੰਦੇ ਹਨ ਅਤੇ ਉਸ ਦੇ ਅਦਾਰੇ ਦੇ ਵਿੱਚ ਕੰਮ ਕਰਨ ਵਾਲੇ ਵਿਅਕਤੀਆਂ ਦੀ ਸੁਰੱਖਿਆ ਕਰਨੀ ਵੀ ਹੁੰਦੀ ਹੈ। ਅੱਗ ਦੇ ਦੌਰਾਨ ਅਜਿਹੀਆਂ ਘਟਨਾਵਾਂ ਦੇ ਵਿੱਚ ਨਿੱਜੀ ਸੁਰੱਖਿਆ ਅਧਿਕਾਰੀ ਅੱਗ 'ਤੇ ਵੀ ਕਾਬੂ ਪਾਉਣ ਦੇ ਵਿੱਚ ਮਦਦ ਕਰਦਾ ਹੈ ਅਤੇ ਉਸ ਦੀ ਜ਼ਿੰਮੇਵਾਰੀ ਹੁੰਦੀ ਹੈ। ਰਿਪੋਰਟ ਕਰਨਾ ਜਾਂ ਸੂਚਨਾ ਦੇਣਾ। ਇਹਨਾਂ ਸਾਰੀਆਂ ਘਟਨਾਵਾਂ ਦੀ ਸੂਚਨਾ ਦੇਣਾ ਨਿੱਜੀ ਸੁਰੱਖਿਆ ਅਧਿਕਾਰੀ ਦੀ ਜ਼ਿੰਮੇਵਾਰੀ ਹੁੰਦੀ ਹੈ। ਉਹ ਦਿਨ ਦੇ ਅਖੀਰ ਵਿੱਚ ਇੱਕ ਰਿਪੋਰਟ ਤਿਆਰ ਕਰਦਾ ਹੈ ਜਿਸ ਵਿੱਚ ਉਹ ਸਾਰੀਆਂ ਘਟਨਾਵਾਂ ਦਾ ਵੇਰਵਾ ਦਿੰਦਾ ਹੈ। ਜ਼ਿੰਮੇਵਾਰੀਆਂ ਅਤੇ ਅਧਿਕਾਰ ਦੇ ਨਾਲ ਨਾਲ
ਗਸ਼ਤ ਕਰਨ ਵਾਲੀ ਪਾਰਟੀ ਦੀਆਂ ਕੁਝ ਸੀਮਾਵਾਂ ਵੀ ਹੁੰਦੀਆਂ ਹਨ ਜਿਨ੍ਹਾਂ ਦੇ ਅੰਦਰ ਰਹਿ ਕੇ ਉਹਨਾਂ ਨੇ ਆਪਣੇ ਸਾਰੇ ਕੰਮਕਾਜ ਪੂਰੇ ਕਰਨੇ ਹੁੰਦੇ ਹਨ। ਹੁਣ ਆਪਾਂ ਗੱਲ ਕਰਦੇ ਹਾਂ ਗਸ਼ਤ ਕਰਨ ਵਾਲੀਆਂ ਪਾਰਟੀ ਦੀਆਂ ਸੀਮਾਵਾਂ ਬਾਰੇ। ਗਸ਼ਤ ਅਤੇ ਇਸ ਦੇ ਅਨੁਸਾਰ ਕੀਤੇ ਜਾਣ ਵਾਲੀ ਇਮਾਨਦਾਰੀ ਸਹਿਤ ਰਿਪੋਰਟ ਇੱਕ ਉਹ ਗਤੀਵਿਧੀ ਹੈ ਜਿਸ ਅਤੇ ਹੋਰ ਬਹੁਤ ਗਤੀਵਿਧੀਆਂ ਨਿਰਭਰ ਕਰਦੀਆਂ ਹਨ। ਹੁਣ ਆਪਾਂ ਗੱਲ ਕਰਦੇ ਹਾਂ ਕੁਝ ਸੀਮਾਵਾਂ ਬਾਰੇ। ਜਦੋਂ ਹੁਕਮ ਕੀਤਾ ਜਾਵੇ ਤਾਂ ਗਸ਼ਤ ਕਰੋ ਅਤੇ ਵਿਸ਼ੇਸ਼ ਹਦਾਇਤਾਂ ਦੀ ਪਾਲਣਾ ਕਰੋ ਜੋ ਵਿਸ਼ੇਸ਼ ਸਮੇਂ 'ਤੇ ਦਿੱਤੇ ਜਾਂਦੀਆਂ ਹਨ। ਨਿੱਜੀ ਸੁਰੱਖਿਆ ਕਰਮਚਾਰੀ ਨੂੰ ਸੁਰੱਖਿਆ ਅਫਸਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਇਨ-ਬਿਨ ਪਾਲਣਾ ਕਰਨੀ ਹੁੰਦੀ ਹੈ ਅਤੇ ਹਦਾਇਤਾਂ ਤੋਂ ਬਾਹਰ ਬਿਲਕੁਲ ਵੀ ਨਹੀਂ ਜਾਣਾ ਹੁੰਦਾ। ਗਸ਼ਤ ਸਮੇਂ ਸ਼ਰਾਬ ਜਾਂ ਹੋਰ ਨਸ਼ੀਲੀਆਂ ਵਸਤਾਂ ਦਾ ਸੇਵਨ ਨਾ ਕਰੋ ਅਤੇ ਗਸ਼ਤ ਸਮੇਂ ਨਾ ਸੌਂਵੋ ਕਿਉਂਕਿ ਗਸ਼ਤ ਦੌਰਾਨ ਵਿਅਕਤੀ ਨੂੰ ਚੌਕੰਨਾ ਰਹਿਣਾ ਹੁੰਦਾ ਹੈ ਅਤੇ ਸਥਿਤੀ ਦਾ ਜਾਇਜ਼ਾ ਲੈਣਾ ਹੁੰਦਾ ਹੈ। ਇਸ ਦੇ ਲਈ ਗਸ਼ਤ ਸਮੇਂ ਸੌਣਾ ਬਿਲਕੁਲ ਵੀ ਨਹੀਂ ਹੁੰਦਾ। ਗਸ਼ਤ ਤੋਂ ਇੱਧਰ ਉੱਧਰ ਨਾ ਭਟਕੋ ਅਤੇ ਸਮਰੱਥ ਅਧਿਕਾਰੀ ਦੀ ਢੁਕਵੀਂ ਸਿਫਾਰਿਸ਼ ਤੋਂ ਬਿਨਾਂ ਹੋਰ ਸਥਾਨ 'ਤੇ ਬਿਲਕੁਲ ਨਾ ਜਾਓ। ਇਸ ਦੌਰਾਨ ਗਸ਼ਤ ਦੇ ਵਿੱਚ ਜੋ ਰੂਟ ਤੁਹਾਨੂੰ ਦਿੱਤਾ ਗਿਆ ਹੈ ਉਸ ਨੂੰ ਹੀ ਫੋਲੋ ਕਰੇ, ਕਿਸੇ ਹੋਰ ਰੂਟ 'ਤੇ ਨਾ ਜਾਓ। ਇਹ ਯਕੀਨੀ ਬਣਾਓ ਕਿ ਰਿਪੋਰਟਾਂ ਬਿਲਕੁਲ ਠੀਕ ਅਤੇ ਇਮਾਨਦਾਰੀ ਨਾਲ ਤਿਆਰ ਕੀਤੀਆਂ ਗਈਆਂ ਹਨ ਅਤੇ ਸਮੇਂ ਸਿਰ ਜਮ੍ਹਾਂ ਕਰਵਾਈਆਂ ਹਨ ਕਿਉਂਕਿ ਰਿਪੋਰਟ ਜਮ੍ਹਾਂ ਕਰਵਾਉਣੀ ਅਤੇ ਸਹੀ ਸਮੇਂ ਲਿਖਣੀ ਬਹੁਤ ਹੀ ਜ਼ਰੂਰੀ ਹੁੰਦੀ ਹੈ। ਇਹ ਸਨ ਕੁਝ ਗਸ਼ਤ ਪਾਰਟੀ ਦੀਆਂ ਸੀਮਾਵਾਂ। ਹੁਣ ਆਪਾਂ ਗੱਲ ਕਰਦੇ ਹਾਂ ਇੱਕ ਹੋਰ ਟੌਪਿਕ ਬਾਰੇ, ਭੀੜ ਬਾਰੇ। ਗਸ਼ਤ ਕਰਦੇ ਦੌਰਾਨ ਗਸ਼ਤ ਪਾਰਟੀਆਂ ਨੂੰ ਭੀੜ ਦਾ ਮਿਲਣਾ ਬਹੁਤ ਹੀ ਆਮ ਗੱਲ ਹੁੰਦੀ ਹੈ ਅਤੇ ਗਸ਼ਤ ਪਾਰਟੀ ਨੂੰ ਭੀੜ ਨੂੰ ਕਾਬੂ ਕਰਨਾ, ਉਸ ਨਾਲ ਗੱਲਬਾਤ ਕਰਨਾ ਅਤੇ ਉਸ ਨੂੰ ਸੰਭਾਲਣ ਬਾਰੇ ਵੀ ਸਾਰੀ ਜਾਣਕਾਰੀ ਹੋਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਆਪਾਂ ਹੁਣ ਗੱਲ ਕਰਾਂਗੇ ਬੇਕਾਬੂ ਭੀੜ ਨੂੰ ਸੰਭਾਲਣਾ ਜਾਂ ਕਾਬੂ ਕਰਨਾ। ਆਮ ਤੌਰ 'ਤੇ ਭੀੜ ਕਈ ਪ੍ਰਕਾਰ ਦੀ ਹੁੰਦੀ ਹੈ ਜਿਵੇਂ ਕਿ ਦਰਸ਼ਕ, ਸਥਾਈ ਜੋ ਰੋਜ਼ ਆਉਂਦੇ ਹਨ, ਅਸਥਾਈ ਜੋ ਕਦੇ-ਕਦੇ ਆਉਂਦੇ ਹਨ, ਤਮਾਸ਼ਾ ਦੇਖਣ ਵਾਲੀ ਭੀੜ, ਪ੍ਰਗਟਾਵਾ ਕਰਨ ਵਾਲੀ ਭੀੜ। ਇਹ ਕੁਝ ਭਾਗ ਹਨ ਭੀੜ ਦੇ। ਹੁਣ ਆਪਾਂ ਗੱਲ ਕਰਾਂਗੇ ਬੇਕਾਬੂ ਭੀੜ ਨੂੰ ਸੰਭਾਲਣ ਜਾਂ ਕਾਬੂ ਕਰਨਾ। ਸਭ ਤੋਂ ਪਹਿਲਾਂ ਸਿਖਾਇਆ ਜਾਂਦਾ ਹੈ ਕਿ ਕਿਸੇ ਵੀ ਪਾਸੇ ਦਾ ਪੱਖ ਨਾ ਲਓ। ਭੀੜ ਦੇ ਵਿੱਚ ਦੋ ਪਾਸੇ ਹੁੰਦੇ ਹਨ, ਦੋਵੇਂ ਧਿਰਾਂ ਨੂੰ ਸੁਣੋ ਅਤੇ ਦੋਵੇਂ ਧਿਰਾਂ ਦੀ ਕਿਸੇ ਦੀ ਵੀ ਸਾਈਡ ਨਾ ਲਵੋ। ਸੁਰੱਖਿਆ ਕਰਮਚਾਰੀਆਂ ਦਾ ਉਦੇਸ਼ ਜਾਂ ਟੀਚਾ ਭੀੜ ਨੂੰ ਕੰਟਰੋਲ ਕਰਨਾ ਹੈ ਅਤੇ ਅਮਨ ਅਤੇ ਕਾਨੂੰਨ ਨੂੰ ਬਣਾਈ ਰੱਖਣਾ ਹੈ। ਇਸੇ ਤਰ੍ਹਾਂ ਉਹ ਕਿਸੇ ਵੀ ਪਾਰਟੀ ਦਾ ਪੱਖ ਨਹੀਂ ਲੈਂਦਾ। ਸ਼ਾਂਤ ਰਹੋ। ਵਿਰੋਧ ਪ੍ਰਗਟ ਕਰਨ ਵਾਲੀ ਭੀੜ ਅਕਸਰ ਸੁਰੱਖਿਆ ਕਰਮਚਾਰੀਆਂ ਦਾ ਮਜ਼ਾਕ ਉਡਾਉਂਦੀ ਹੈ। ਅਜਿਹੇ ਸਮੇਂ ਬਿਲਕੁਲ ਨਾ ਭਟਕੋ, ਸ਼ਾਂਤ ਰਹੋ ਅਤੇ ਆਪਣੇ ਆਪ ਨੂੰ ਉਹਨਾਂ 'ਤੇ ਹਾਵੀ ਨਾ ਹੋਣ ਦਿਓ। ਕਾਨੂੰਨਾਂ ਦੀ ਵਰਤੋਂ ਕਰੋ। ਸੁਰੱਖਿਆ ਕਰਮਚਾਰੀਆਂ ਨੂੰ ਨਿਯਮਾਂ ਅਤੇ ਕਾਨੂੰਨਾਂ ਦਾ ਪੂਰਾ ਗਿਆਨ ਹੋਣਾ ਚਾਹੀਦਾ ਹੈ ਅਤੇ ਇਹਨਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸ਼ਾਂਤੀ ਨਾਲ ਅਲੱਗ-ਅਲੱਗ ਕਰ ਦਿਓ। ਜ਼ਰੂਰਤ ਪੈਣ 'ਤੇ ਪੁਲਿਸ ਦੀ ਵੀ ਮਦਦ ਲਓ। ਸਹਿਯੋਗ। ਸੁਰੱਖਿਆ ਕਰਮਚਾਰੀ ਨੇਤਾਵਾਂ ਦੀ ਮਦਦ ਲੈ ਸਕਦੇ ਹਨ ਜੋ ਭੀੜ ਨੂੰ ਕੰਟਰੋਲ ਕਰਦੇ ਹਨ। ਜੇ ਆਪਾਂ ਨੇਤਾਵਾਂ ਦੀ ਮਦਦ ਲੈਂਦੇ ਹਾਂ ਤਾਂ ਇਸ ਨਾਲ ਬਹੁਤ ਹੀ ਆਸਾਨੀ ਨਾਲ ਭੀੜ 'ਤੇ ਕਾਬੂ ਪਾ ਸਕਦੇ ਹਾਂ। ਇਹ ਸਨ ਭੀੜ ਨਾਲ ਨਜਿੱਠਣ ਦੇ ਕੁਝ ਤਰੀਕੇ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਭੀੜ ਨੂੰ ਕਾਬੂ ਕਰਨ ਦੇ ਕੁਝ ਤਰੀਕੇ। ਜਿਵੇਂ ਕਿ ਆਪਾਂ ਨੇ ਹੁਣੇ ਡਿਸਕਸ ਕੀਤਾ ਹੈ ਕਿ ਭੀੜ ਨੂੰ ਚਲਾਉਣ ਦੇ ਲਈ ਨੇਤਾ ਹੁੰਦੇ ਹਨ ਅਤੇ ਆਪਾਂ ਉਹਨਾਂ ਦੇ ਨੇਤਾ ਦੇ ਸਹਿਯੋਗ ਦੇ ਨਾਲ ਭੀੜ 'ਤੇ ਆਸਾਨੀ ਦੇ ਨਾਲ ਕਾਬੂ ਪਾ ਸਕਦੇ ਹਾਂ। ਇਸ ਦੇ ਨਾਲ ਨੇਤਾਵਾਂ ਨੂੰ ਪਰੇ ਹਟਾ ਦਿਓ ਜਾਂ ਭੀੜ ਨੂੰ ਦੂਰ ਲੈ ਜਾਓ। ਅਗਰ ਆਪਾਂ ਨੇਤਾ ਅਤੇ ਭੀੜ ਦੋਵਾਂ ਧਿਰਾਂ ਨੂੰ ਵੱਖ-ਵੱਖ ਕਰ ਦਿੰਦੇ ਹਾਂ ਤਾਂ ਇਹ ਆਪਣੇ ਲਈ ਬਹੁਤ ਕਾਰਗਰ ਸਿੱਧ ਹੁੰਦਾ ਹੈ ਅਤੇ ਭੀੜ ਨੂੰ ਸ਼ਾਂਤ ਕਰਨ ਦੇ ਲਈ ਵੀ ਸਹਾਈ ਹੁੰਦਾ ਹੈ। ਨੇਤਾ ਦੀ ਵਰਤੋਂ ਕਰੋ। ਨੇਤਾ ਦੇ ਸਹਿਯੋਗ ਦੇ ਨਾਲ ਭੀੜ ਨੂੰ ਠੱਲ ਪਾਉਣ ਦੇ ਵਿੱਚ ਵੀ ਕਾਮਯਾਬੀ ਮਿਲਦੀ ਹੈ।
ਭੀੜ ਨੂੰ ਅਲੱਗ-ਅਲੱਗ ਭਾਗਾਂ ਜਾਂ ਟੁਕੜਿਆਂ ਵਿੱਚ ਵੰਡ ਦਿਓ। ਜਦੋਂ ਭੀੜ ਇਕੱਠੀ ਹੁੰਦੀ ਹੈ ਤਾਂ ਉਹ ਮੁਜ਼ਾਹਰੇ ਵੀ ਕਰਦੀ ਹੈ ਅਤੇ ਰੌਲਾ ਵੀ ਪਾਉਂਦੀ ਹੈ ਅਤੇ ਭਗਦੜ ਵੀ ਕਰਦੀ ਹੈ। ਅਗਰ ਆਪਾਂ ਉਹਨਾਂ ਨੂੰ ਅਲੱਗ-ਅਲੱਗ ਭਾਗਾਂ ਵਿੱਚ ਵੰਡ ਦਿੰਦੇ ਹਾਂ ਤਾਂ ਉਹ ਸ਼ਾਂਤ ਹੋ ਜਾਂਦੀ ਹੈ। ਧਿਆਨ ਹੋਰ ਪਾਸੇ ਕਰ ਦੇਣਾ। ਲੋਕਾਂ ਨੂੰ ਤਿੱਤਰ-ਬਿੱਤਰ ਹੋ ਜਾਣ ਅਤੇ ਘਰ ਚਲੇ ਜਾਣ ਲਈ ਕਹਿਣ ਵਿੱਚ ਜਨਤਕ ਸੰਬੋਧਨ ਸਿਸਟਮ ਕਾਫੀ ਮਦਦਗਾਰ ਸਾਬਤ ਹੁੰਦਾ ਹੈ। ਭੀੜ ਦਾ ਧਿਆਨ ਨੇਤਾਵਾਂ ਜਾਂ ਭੀੜ ਵਾਲੇ ਲੋਕਾਂ ਦੀਆਂ ਭੜਕਾਊ ਤਰੀਕਿਆਂ ਤੋਂ ਪਰਾਂ ਕਰਨ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਮੁੱਖ ਮੁੱਦਿਆਂ 'ਤੇ ਧਿਆਨ ਕੇਂਦਰਿਤ ਨਾ ਕਰਨ ਦੇਣਾ। ਭੀੜ ਦੇ ਇਕੱਠੇ ਹੋਣ ਦਾ ਕਾਰਨ ਮੁੱਖ ਮੁੱਦੇ ਹੁੰਦੇ ਹਨ। ਅਗਰ ਆਪਾਂ ਭੀੜ ਦਾ ਧਿਆਨ ਮੁੱਖ ਉਦੇਸ਼ਾਂ ਤੋਂ ਪਰੇ ਕਰ ਦਿੰਦੇ ਹਨ ਤਾਂ ਭੀੜ ਆਪਣੇ ਆਪ ਖਿੰਡਣ ਲੱਗ ਜਾਂਦੀ ਹੈ। ਧੰਨਵਾਦ।